ਚੌਗੁਰ ਸ਼ਤੁਰ ਤਖਤ ਕ੍ਰਿਪਾਲੁ ਹਾਜ਼ਰਾ ਹਜ਼ੂਰ ਜਹਰਾ ਨੂਰ ਸਰਬ ਕਲਾ ਸਮਰੱਥ ਸਤਿਗੁਰੂ ਧਾਤ ਧਾਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਮੁਬਾਰਕ ਚਰਨ ਸ਼ਰਨ ਦੇ ਅੰਦਰ ਸਤਿਗੁਰਾਂ ਦੀ ਪਾਵਨ ਗੋਦ ਦੇ ਅੰਦਰ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਬਹੁਤ ਵੱਡੇ ਭਾਗਾਂ ਵਾਲੇ ਗੁਰੂ ਜਿਨ੍ਹਾਂ ਨੇ ਦਸ਼ਮੇਸ਼ ਪਿਤਾ ਸਰਬੱਤ ਸਦਾਨੀ ਧੰਨ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂਸਰ ਸ੍ਰੀ ਜਾਪਜੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਪਹੁੰਚ ਕਰਕੇ ਇਸ ਤੋਂ ਪਹਿਲਾਂ ਅੰਮ੍ਰਿਤਮਈ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸ਼ਰਧਾ ਭਾਵਨਾ ਸਹਿਤ ਸਰਪਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਜਿੱਥੇ ਸੰਗਤ ਜੀ ਆਪ ਜੀ ਕੀਰਤਨ 'ਚ ਹਾਜ਼ਰੀ ਭਰ ਰਹੇ ਸੀ, ਉੱਥੇ ਚੱਲ ਰਹੀ ਲੜੀਵਾਰ ਵਾਰਾਂ ਤੇ ਵਧੀਕ ਬਾਣੀ ਦੇ ਅੰਦਰੋਂ ਭੋਗ ਦੇ ਸ਼ਲੋਕਾਂ ਦੀ ਕਥਾ ਜੋ ਰੋਜ਼ਾਨਾ ਸਰਵਣ ਕਰਦੇ ਹੋ। ਅੱਜ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਤਰੁੱਠ ਕੇ ਸਾਨੂੰ ਇਹ ਸੁਭਾਗਾ ਸਮਾਂ ਬਖਸ਼ਿਆ ਕਿ ਅਸੀਂ ਹਰ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਗੁਰੂ ਮਿੱਤਰ ਤੋਂ ਰੱਬ ਦੇ ਘਰ ਦੀਆਂ ਕਥਾ ਕਹਾਣੀਆਂ ਸੁਣ ਸਕੀਏ। ਇਹ ਪ੍ਰਭੂ ਸਮਾਂ ਉਹਦੀ ਬਖਸ਼ਿਸ਼ ਰਹਿਮਤ ਨਾਲ ਹੀ ਪ੍ਰਾਪਤ ਹੁੰਦਾ ਹੈ ਜੀਵਨੋਂ। ਜਿਹਨੂੰ ਵਾਹਿਗੁਰੂ ਆਪਣੇ ਨਾਲ ਬੁਲਾਉਣਾ ਚਾਹੁੰਦਾ ਹੈ, ਜਿਹਦੇ ਤੋਂ ਵਿਛੜਿਆ ਮੇਲੇ ਪ੍ਰਭੂ ਵਾਲੀ ਬਖਸ਼ਿਸ਼ ਵਰਤਾਉਣਾ ਚਾਹੁੰਦੇ ਉਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਲੈ ਕੇ ਆਉਂਦਾ ਹੈ। ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਸ ਆਤਮਾ ਨੂੰ ਪਰਮਾਤਮਾ ਦੇ ਵਿੱਚ ਮਿਲਾ ਦਿੰਦੇ ਹੈ, ਜਿਹੜਾ ਗੁਰੂ ਦੀ ਚਰਨ ਸ਼ਰਨ 'ਚ ਆ ਜਾਂਦਾ ਹੈ। ਇੱਕ ਸਰਬੱਤ ਫਕੀਰ ਹੋਇਆ, ਮਹਾਂਪੁਰਖਾਂ ਨੂੰ ਕਿਸੇ ਨੇ ਸਵਾਲ ਕੀਤਾ ਕਿ ਜੀ ਸੁਣਿਆ ਗੁਰੂ ਦੀ ਜੀਵਨ 'ਚ ਬੜੀ ਜ਼ਰੂਰਤ ਹੈ, ਕੀ ਰੱਬ ਨੂੰ ਮਿਲਣ ਵਾਸਤੇ ਗੁਰੂ ਜ਼ਰੂਰੀ ਹੈ? ਉਹ ਸਰਬੱਤ ਫਕੀਰ ਨੇ ਇੱਕ ਕਹਾਣੀ ਰੂਪ ਵਿੱਚ ਉਸ ਜੀਵ ਨੂੰ ਸਮਝਾਇਆ। ਸਾਡੇ ਗੁਰੂ ਸਾਹਿਬ ਜੀ ਕਹਿੰਦੇ ਆ, ਗੁਰੂ ਤੋਂ ਬਗੈਰ ਰੱਬ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ। ਗੁਰੂ ਤੋਂ ਬਗੈਰ ਰੱਬ ਦੇ ਦਰ ਘਰ ਦੀ ਮਨੁੱਖ ਨੂੰ ਸਮਝ ਨਹੀਂ ਆਏਗੀ। ਅਸੀਂ ਜੋ ਕੁਝ ਰੱਬ ਬਾਰੇ ਜਾਣਦੇ ਹਾਂ ਗੁਰੂ ਸਾਹਿਬ ਰਾਹੀਂ ਤੇ ਜਾਣਦੇ ਹਾਂ। ਜੇ ਗੁਰੂ ਸਾਡੇ ਜੀਵਨ 'ਚ ਨਾ ਹੁੰਦਾ ਤੇ ਰੱਬ ਬਾਰੇ ਸਾਨੂੰ ਪਤਾ ਹੀ ਕੁਝ ਨਹੀਂ ਲੱਗਣਾ। ਚਕਰ ਚਿਹਰਨ ਵਰਨ ਜਾਤ ਅਰ ਭਾਤ ਨਹਿਣ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿ ਸਾਨੂੰ ਤੇ ਪਤਾ ਹੀ ਕੋਈ ਨਹੀਂ। ਗੁਰੂ ਸਾਹਿਬ ਨੇ ਬਹੁਤ ਕੁਝ ਦੱਸਿਆ ਰੱਬ ਬਾਰੇ ਵੀ ਰੱਬ ਦੂਰ ਨਹੀਂ ਹੈ, ਰੱਬ ਸਾਡੇ ਅੱਗ ਸੰਗ ਹੈ। ਜੇ ਗੁਰੂ ਸਾਹਿਬ ਜੀ ਨਾ ਦੱਸਦੇ ਅਸੀਂ ਤੇ ਲੋਕਾਂ ਦੇ ਭਰਮ 'ਚ ਪੈ ਕੇ ਲੱਭਦੇ ਫਿਰਨਾ ਸੀ ਰੱਬ ਨੂੰ। ਕਿਸੇ ਕਿਹਾ ਸਤਵੇਂ ਸੁਭਾਅ 'ਤੇ ਰਹਿੰਦਾ, ਕਿਸੇ ਨੇ ਕਿਹਾ ਜੀ ਫਲਾਣੀ ਥਾਂ 'ਤੇ ਰਹਿੰਦਾ, ਫਲਾਣੀ ਥਾਂ 'ਤੇ ਇੱਧਰ ਮੂੰਹ ਕਰੋ, ਇੱਧਰ ਰੱਬ ਦਾ ਵਾਸ ਹੈ, ਉੱਧਰ ਨੂੰ ਮੂੰਹ ਕਰੋ, ਉੱਧਰ ਰੱਬ ਦਾ ਵਾਸ ਹੈ। ਗੁਰੂ ਸਾਹਿਬ ਨੇ ਕਿਹਾ ਜਿਹੇ ਜਿਹੇ ਵੇਖੋ ਤਹਿ ਹਜ਼ੂਰ ਦੂਰ ਕਤੂ ਨਾ। ਜੇ ਨਾ ਮਹਾਰਾਜ ਦੱਸਦੇ ਅਸੀਂ ਵੀ ਕਿਸੇ ਹੋਰ ਪਾਸੇ ਨੂੰ ਮੂੰਹ ਕਰਕੇ ਸਿਜਦਾ ਕਰਦੇ ਹੁੰਦੇ ਵੀ ਇੱਧਰ ਰੱਬ ਹੈ, ਇੱਧਰ ਮੂੰਹ ਕਰੋ। ਗੁਰੂ ਸਾਹਿਬ ਨੇ ਸਮਝਾਇਆ ਉਹਦਾ ਕੋਈ ਰੂਪ ਰੰਗ ਚੱਕਰ ਚੇਰ ਨਹੀਂ ਹੈ, ਉਹ ਵੇਖਿਆ ਨਹੀਂ ਜਾ ਸਕਦਾ। ਹਾਂ, ਉਹਨੂੰ ਮਹਿਸੂਸ ਕੀਤਾ ਜਾ ਸਕਦਾ। ਜੇ ਤੁਸੀਂ ਵੇਖਣਾ ਹੈ ਕਿ ਸਾਰਿਆਂ ਦੇ ਵਿੱਚੋਂ ਸਭ ਮੈਂ ਜੋਤ ਹੈ, ਸੋਈ ਉਹ ਨਜ਼ਰ ਹੀ ਪਏਗਾ। ਇਹ ਉਹ ਬੇਸ ਸੰਸਾਰ ਤੋਂ ਦੇਖਦੇ ਉਹ ਹਰ ਦਾ ਰੂਪ ਇਹ ਗੁਰੂ ਹੀ ਸੋਝੀ ਦਿੰਦਾ ਹੈ ਨਾ। ਹਰ ਰੂਪ ਨਜ਼ਰੀ ਆਇਆ, ਹਰ ਰੂਪ ਨਜ਼ਰ 'ਚ ਕੀ ਆਇਆ? ਹਰ ਰੂਪ। ਇਹ ਸ੍ਰਿਸ਼ਟੀ ਜਿਹੜੀ ਹੈ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਪਾਈ ਤੇ ਗੁਰੂ ਸਾਹਿਬ ਨੇ ਦੱਸਿਆ ਨਾ। ਉਹ ਸਰਬੱਤ ਫਕੀਰ ਨੂੰ ਕੋਈ ਸਵਾਲ ਕਰਦਾ, ਕਹਿੰਦੇ ਜੀ ਗੁਰੂ ਦੀ ਕੀ ਜ਼ਰੂਰਤ ਹੈ?
ਉਹਨੇ ਇੱਕ ਨਿੱਕੀ ਜੀ, ਮੈਂ ਕਿਤਾਬ ਪੜ੍ਹ ਰਿਹਾ ਸੀ, ਨਿੱਕੀ ਜੀ ਘਟਨਾ ਮਸਕੀਨ ਸਾਹਿਬ ਨੇ ਦੱਸੀ ਆਪਣੀ ਕਥਾ 'ਚ। ਕਹਿੰਦੇ ਵੀ ਉਹ ਜਿਹੜਾ ਸਰਬੱਤ ਫਕੀਰ ਕਹਿੰਦਾ ਹੈ, ਕਹਿੰਦਾ ਵੀ ਇੱਕ ਨਿੱਕੀ ਜੀ ਨਾ ਚੀਟੀ ਸੀ, ਕੀੜੀ ਕਹਿ ਲਓ, ਨਿੱਕੀ ਜੀ ਕੀੜੀ। ਉਹ ਜੰਗਲ 'ਚ, ਤੇ ਜੰਗਲ 'ਚ ਇੱਕ ਡੰਡੀ ਹੈ ਕਿ ਬਹੁਤ ਲੋਕ ਉਹਦੇ ਰਾਹੀਂ ਤੁਰੇ ਜਾਂਦੇ ਆ ਪੈਦਲ। ਉਹ ਕੀੜੀ ਨੇ ਵੇਖਿਆ ਵੀ ਇੰਨੇ ਲੋਕ ਕਿੱਥੇ ਤੁਰੇ ਜਾਂਦੇ, ਹੁਣ ਉਹਨੂੰ ਤਾਂ ਕੋਈ ਸਮਝ ਨਹੀਂ ਹੈ। ਉਹ ਥੋੜ੍ਹਾ ਜਿਹਾ ਦੂਰ ਗਈ ਤੇ ਉਹ ਲਿਖਦੇ ਕਹਿੰਦੇ ਜੀ ਇੱਕ ਕਬੂਤਰ ਬੈਠਾ। ਉਹ ਚੀਟੀ ਨੇ ਜਾ ਕੇ ਉਹਨੂੰ ਕੁਝ ਗੱਲਾਂ ਜਿਹੜੀਆਂ ਸਿਰਫ ਸਮਝਣ ਵਾਸਤੇ ਹੁੰਦੀਆਂ, ਉਹਨੇ ਚੀਟੀ ਨੇ ਨਿੱਕੀ ਜੀ ਨੇ ਕਬੂਤਰ ਨੂੰ ਪੁੱਛਿਆ, ਕਹਿੰਦੀ ਵੀਰਾ ਵੀ ਆਹ ਲੋਕ ਇੰਨੇ ਕਿੱਧਰ ਤੁਰੇ ਜਾਂਦੇ ਆ? ਉਹ ਕਬੂਤਰ ਕਹਿੰਦਾ ਵੀ ਇਹ ਨਾ ਮੱਕੇ ਹੱਜ ਕਰਨ ਚੱਲੇ ਆ, ਇਹ ਹਾਜੀ ਨੇ ਸਾਰੇ ਜਿਹੜੇ ਜਾ ਰਹੇ ਮੱਕੇ ਚੱਲੇ। ਦੱਸ ਬੇਨਤੀ ਕਰ ਰਿਹਾ, ਗੁਰੂ ਦੀ ਕਿਉਂ ਜ਼ਰੂਰਤ ਹੈ? ਉਹ ਹੱਜ ਕਰਨ ਚੱਲੇ ਮੱਕੇ। ਮੱਕੇ ਕੀ ਹੈ? ਕਹਿੰਦਾ ਜੀ ਉਹ ਰੱਬ ਦਾ, ਅੱਲਾ ਦਾ ਘਰ ਹੈ। ਚਲੋ ਇਸਲਾਮ ਧਰਮ ਚੱਲਾਂਗੇ। ਕਹਿੰਦਾ ਉਹ ਕਬੂਤਰ ਦਾ, ਤਾਂ ਕਹਿੰਦਾ ਉਹ ਅੱਲਾ ਦਾ ਘਰ ਹੈ। ਇਹ ਹਾਜੀ ਕਹਿੰਦੇ ਨੇ ਇੱਕ ਵਾਰੀ ਹੱਜ ਕਰ ਲਓ, ਜੀਵਨ 'ਚ ਤੇ ਜਨਮ ਸਫਲ ਹੋ ਜਾਂਦਾ ਹੈ। ਉਹ ਨਿੱਕੀ ਜਿਹੀ ਕੀੜੀ ਕਹਿੰਦੀ ਵੀ ਫਿਰ ਹੱਜ ਤੇ ਮੈਂ ਵੀ ਕਰਨ ਦੀ ਇੱਛਾ ਰੱਖਾਂਗੀ, ਵੀ ਮੇਰਾ ਵੀ ਜਨਮ ਸਫਲ ਹੋ ਜਾਏ। ਤੇ ਕਿੰਨੇ ਕੁ ਦੂਰ ਇੱਥੋਂ ਕਬੂਤਰ ਨੂੰ ਪੁੱਛਦੀ ਹੈ। ਉਹ ਕਹਿੰਦਾ ਜੀ ਬਹੁਤ ਦੂਰ ਹੈ, ਤੂੰ ਨਹੀਂ ਉੱਥੇ ਪਹੁੰਚ ਸਕਦੀ, ਤੂੰ ਚੱਲੇ ਵੀ ਨਾ ਤੇ ਰਸਤੇ 'ਚ ਮਰ ਖੱਪ ਜਾਣਾ, ਕੀ ਪਤਾ ਕਿਸੇ ਦੇ ਪੈਰ ਥੱਲੇ ਆ ਜਾਏ, ਕੋਈ ਤੈਨੂੰ ਜਾਨਵਰ ਖਾ ਜਾਏਗਾ, ਹੋਰ ਕੁਝ ਉਹ ਕੋਈ ਪੰਛੀ ਤੈਨੂੰ ਖਾ ਜਾਏ, ਤੂੰ ਨਹੀਂ ਉੱਥੇ ਪਹੁੰਚ ਸਕਦੀ। ਕਹਿੰਦੀ ਫਿਰ ਇੱਛਾ ਤੇ ਪ੍ਰਗਟ ਹੋਈ ਕਿ ਇੱਕ ਵਾਰੀ ਹੱਜ ਕਰਦੀ, ਮੈਂ ਜਾ ਕੇ ਉਹ ਅੱਲਾ ਦੇ ਘਰ ਨੂੰ ਵੇਖਦੀ। ਤੇ ਉਹ ਫਿਰ ਕੀੜੀ ਪੁੱਛਦੀ, ਕਹਿੰਦੀ ਕਬੂਤਰ ਨੂੰ, ਕਹਿੰਦੀ ਵੀ ਤੂੰ ਕਦੇ ਉਹ ਮੱਕਾ ਵੇਖਿਆ? ਮੱਕਾ? ਉਹ ਕਹਿੰਦਾ ਮੈਂ ਤੇ ਬਹੁਤ ਵਾਰੀ, ਮੈਂ ਤੇ ਉੱਡ ਕੇ ਚਲਾ ਜਾਂਦਾ, ਮੇਰੇ ਵਾਸਤੇ ਤਾਂ ਕੋਈ ਰਸਤਾ ਨਹੀਂ, ਪੈਣਾ ਦੂਰ ਨਹੀਂ ਹੈ। ਅੱਛਾ ਫਿਰ ਤੇਰਾ ਤੇ ਜੀਵਨ, ਮੇਰੀ ਵੀ ਇੱਛਾ ਸੀ। ਉਹ ਕਹਿੰਦਾ ਕਬੂਤਰ ਕਹਿੰਦਾ ਵੀ ਇੱਛਾ ਹੈ ਵੀ ਇੱਕ ਵਾਰੀ ਉਹ ਅੱਲਾ ਦੇ ਘਰ ਨੂੰ ਵੇਖਣ ਦੀ, ਕਹਿੰਦੀ ਬੜੀ ਇੱਛਾ ਹੈ, ਮੇਰਾ ਵੀ ਜੀਵਨ ਸਫਲ ਹੋ ਜਾਂਦਾ। ਉਹ ਕਬੂਤਰ ਕਹਿੰਦਾ ਫਿਰ ਇੱਕ ਯਤਨ ਕਰ, ਮੈਂ ਤੈਨੂੰ ਭਜਾ ਸਕਦਾ, ਐਂ ਕਰ ਤੂੰ ਮੇਰਾ ਨਾ ਪੈਰ ਪਕੜ, ਪਹੁੰਚੇ ਤੂੰ ਪਕੜਦਾ, ਮੈਂ ਉਹ ਰਾਜੀ ਮਾਰਦਾ ਤੇ ਫਿਰ ਉੱਥੇ ਲੈ ਜਾਂਦਾ। ਉਹ ਕਹਿੰਦੀ ਹੈ ਤੇ ਬੜੀ ਫਿਰ ਲਿਜਾ ਸਕਦੇ ਹੋ? ਕਹਿੰਦਾ ਹਾਂ। ਉਹਨੇ ਕਿਹਾ, ਕਹਿੰਦਾ ਵੀ ਇੱਕ ਗੱਲ ਹੈ ਕਿ ਤੈਨੂੰ ਪਕੜ ਪੂਰੀ ਪਾਉਣੀ ਪੈਣੀ ਹੈ। ਰਸਤੇ 'ਚ ਜਾਣਾ, ਥੱਲੇ ਜੰਗਲ ਵੀ ਆਉਣਗੇ, ਹੋ ਸਕਦਾ ਕਿਤੇ ਅੱਗ ਵੀ ਲੱਗੀ ਹੋਵੇ, ਉੱਪਰ ਦੀ ਉੱਚਾ ਲੰਘਣਾ ਪੈਣਾ, ਹੋ ਸਕਦਾ ਕੋਈ ਪਹਾੜ ਵੀ ਅੱਗੇ ਆਉਣ, ਸਮੁੰਦਰ ਵੀ ਅੱਗੇ ਆਵੇ ਵਿੱਚ ਦੀ, ਤੇ ਜੇ ਡਿੱਗ ਪਿਓ ਤੇ ਫਿਰ ਨਹੀਂ ਮੈਂ ਤੈਨੂੰ ਲੱਭ ਸਕਦਾ ਤੂੰ ਕਿੱਥੇ ਡਿੱਗੀ, ਕਿਉਂਕਿ ਮੈਂ ਤੇ ਉੱਚਾ ਹੋਵਾਂਗਾ, ਕੀ ਪਤਾ ਤੂੰ ਕਿੱਥੇ ਡਿੱਗ ਪੈਣਾ। ਰਸਤਾ ਬੜਾ ਬਿਖਮ ਹੈ, ਜੇ ਡਿੱਗ ਪੀਓ ਫਿਰ ਨਹੀਂ ਤੂੰ ਲੱਭਣਾ। ਕਹਿੰਦੀ ਨੇ ਮੈਂ ਪਕੜ ਮਜ਼ਬੂਤ ਰੱਖਾਂ ਵੀ ਉਹਨੇ ਪਹੁੰਚੇ ਨਾਲ, ਕੀੜੀ ਨੇ ਪਕੜ ਮਜ਼ਬੂਤ ਕਰ ਲਈ ਸੀ। ਉਹ ਰਸਤੇ 'ਚ ਜਾਂਦਾ ਵੀ ਕਹਿੰਦਾ ਵੇਖੀ ਕਿਤੇ ਪਕੜ ਢਿੱਲੀ ਨਾ ਕਰੀ, ਨਹੀਂ ਤੇ ਮੈਂ ਨਹੀਂ ਤੈਨੂੰ ਲੱਭ ਸਕਾਂਗਾ, ਤੂੰ ਜਿੱਥੇ ਡਿੱਗ ਪੈਣਾ ਕੀ ਪਤਾ ਕਿੱਥੇ ਡਿੱਗਣਾ, ਸਮੁੰਦਰ 'ਚ ਰੁੜ ਜਾਏਗੀ, ਕਿਸੇ ਪਹਾੜ 'ਤੇ ਡਿੱਗੇਗੀ, ਜਾਂ ਅੱਗ ਕਿਤੇ ਥੱਲੇ ਬਾਦੀ ਉਹਦੇ 'ਚ ਸੜ ਜਾਏਗੀ। ਉਹਨੇ ਪਕੜ ਨਾ ਛੱਡੀ ਜੀ। ਉਹ ਕਬੂਤਰ ਲੈ ਗਿਆ ਜਿੱਥੇ ਹੱਜ ਕਰਦੇ ਸਨ ਹਾਜੀ ਮੱਕੇ। ਉਹਨੇ ਕੀਟੀ ਨੇ ਦਰਸ਼ਨ ਕੀਤੇ ਜੀ, ਰੱਜ ਗਏ, ਉਹਨੂੰ ਸੰਤੁਸ਼ਟੀ ਹੋ ਗਈ, ਕਹਿੰਦੀ ਲਓ ਜੀ ਆਪਾਂ ਅੱਲਾ ਦਾ ਘਰ ਵੇਖ ਲਓ, ਵਾਪਸ ਆ ਗਏ ਜੀ, ਲੈ ਆਇਆ। ਹੁਣ ਉਹ ਸਰਬੱਤ ਫਕੀਰ ਕਹਿੰਦਾ ਜੀ ਆਹ ਅਸੀਂ ਗੱਲ ਆ। ਉਹ ਸੁਣਨ ਵਾਲਾ ਕਹਿੰਦਾ ਜੀ ਸਮਝ ਕੋਈ ਨਹੀਂ ਲੱਗੀ। ਕਹਿੰਦਾ ਤੈਨੂੰ ਦੱਸ ਤਾਂ ਦਿੱਤਾ ਮੁਰਸ਼ਿਦ ਦੀ ਕਿਉਂ ਜ਼ਰੂਰਤ ਹੈ ਜੀਵਨ 'ਚ। ਮੁਰਸ਼ਿਦ ਗੁਰੂ ਨੇ ਕਹਿੰਦੇ ਜੀ ਇਸ ਵਾਸਤੇ। ਕਹਿੰਦਾ ਜੀ ਸਮਝ ਕੋਈ ਨਹੀਂ ਲੱਗੀ। ਉਹਨੇ ਫਿਰ ਦੱਸਿਆ, ਕਹਿੰਦਾ ਅਸੀਂ ਕੀਟੀਆਂ ਦੀ ਨਿਆਈ ਹੈ, ਅਸੀਂ ਕੀਟੀਆਂ ਦੀ ਨਿਆਈ, ਅਸੀਂ ਚੱਲੀਏ ਨਾ ਅੱਲਾ ਨੂੰ ਮਿਲਣ ਤੇ ਨਹੀਂ ਪਹੁੰਚ ਸਕਦੇ। ਭਗਤ ਕਬੀਰ ਜੀ ਨੇ ਕਿਹਾ ਇੱਕ ਔਕੜ ਘਾਟੀ ਰਾਮ ਕੀ ਤੇਹ ਚੜ੍ਹ ਰਹਿਓ। ਕਬੀਰ ਰਸਤਾ ਬੜਾ ਬਿਖਮ ਹੈ। ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ, ਰਸਤਾ ਪਤਾ ਹੀ ਕਿਹੋ ਜਿਹਾ, ਹੱਦ ਸਹੇਤ ਲੋਭ ਕੋਪ ਚਾਰੇ ਨਦੀਆਂ, ਅੱਗ ਪਵੇ ਦੱਜੇ ਨਾਨਕਾ ਤਰੀਏ ਚਰਨੀ। ਲੱਗ ਵੀ ਜੇ ਇਹੀ ਤੇ ਕਬੂਤਰ ਨੇ ਕਿਹਾ ਸੀ ਕਿ ਪਕੜ ਛੱਡ ਗਈਓ ਨਾ, ਪਤਾ ਨਹੀਂ ਅੱਗ 'ਚ ਸੜੇਗੀ, ਪਾਣੀ 'ਚ ਡਿੱਗੇਗੀ, ਕਿਹੜੀ ਨਦੀ 'ਚ ਤੂੰ ਵਹਿ ਜਾਣਾ, ਕਿਹੜੇ ਪਹਾੜ 'ਤੇ ਜੇ ਪਕੜ ਨਹੀਂ ਛੱਡੇਗੀ ਫਿਰ ਤੈਨੂੰ ਦਰਸ਼ਨ ਕਰਵਾ ਦੇਗਾ। ਉਹ ਕਹਿੰਦੇ ਉਹਨੇ ਕੀੜੀ ਨੇ ਪਕੜ ਨਹੀਂ ਛੱਡੀ। ਉਹ ਕਬੂਤਰ ਕੀ ਸੀ? ਮੁਰਸ਼ਦ। ਕੀਟੀ ਕੀ ਸੀ? ਉਹਦਾ
ਉਹ ਰੱਬ ਨੂੰ ਮਿਲਣ ਦੀ ਇੱਛਾ, ਉਹਨੇ ਬਚਨ ਕਹਿ ਕਹਿੰਦੇ ਅਸੀਂ ਮਨੁੱਖ ਕੀੜੀਆਂ ਦੀ ਤਰ੍ਹਾਂ ਕਦੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ, ਉਹਦੇ ਦਰ ਘਰ ਤੱਕ ਨਹੀਂ ਪਹੁੰਚ ਸਕਦੇ। ਹਾਂ, ਕਬੂਤਰ ਆਪਣੇ ਪਹੁੰਚੇ ਨਾਲ ਉਡਾਲੇ ਤੇ ਸਾਨੂੰ ਉਹ ਮੱਕੇ ਦੇ ਦਰਸ਼ਨ ਕਰਵਾ ਸਕਦਾ ਹੈ। ਉਹ ਕਬੂਤਰ ਹੀ ਤੇ ਮੁਰਸ਼ਦ ਹੈ ਜਿਹਦੇ ਚਰਨਾਂ ਨਾਲ ਲੱਗ ਕੇ ਉਹ ਚਰਨੀ ਤੇ ਪਕੜਿਆ ਸੀ ਕਬੂਤਰ ਦਾ। ਅਸੀਂ ਗੁਰੂ ਸਾਹਿਬ ਦੇ ਚਰਨ ਪਕੜਨੇ ਆ ਤੇ ਚਰਨ ਪਕੜ ਕੇ ਸਾਡੀ ਸੁਰਤ ਜਿਹੜੀ ਹੈ ਉਹ ਤੇ ਸਰੀਰ ਕਰਕੇ ਗਈ, ਸਾਡੀ ਸੁਰਤ ਨੇ ਉਡਾਰੀ ਮਾਰਨੀ ਹੈ। ਅਵਕਾਰਾਂ ਦੀਆਂ ਲਹਿਰਾਂ ਬਹੁਤ ਹੈ, ਜੇ ਪਕੜ ਢਿੱਲੀ ਹੋ ਗਈ ਨਾ ਗੁਰੂ ਵਾਲੇ ਪਾਸੋਂ ਤੇ ਡਿੱਗ ਪੈਣਾ ਸੀ। ਇਹਨਾਂ ਦਾ ਬਹੁਤ ਉੱਚੇ ਜੀਵਨ ਵਾਲੇ ਵੀ ਡਿੱਗ ਪਏ। ਤੇ ਜੇ ਗੁਰੂ ਪੂਰਾ ਹੈ ਨਾ, ਪਕੜ ਨਹੀਂ ਢਿੱਲੀ ਤੇ ਫਿਰ ਗੁਰੂ ਬਖਸ਼ਿਸ਼ ਕਰੇਗਾ। ਪਰਸੋਂ ਦਾਸ ਨੇ ਸ਼ਾਮ ਨੂੰ ਭਾਈ ਜੋਗਾ ਸਿੰਘ ਦੀ ਸਾਖੀ ਸਰਵਣ ਕਰਵਾਈ ਸੀ। ਉਹ ਪੇਸ਼ਾਵਰ ਦਾ ਰਹਿਣ ਵਾਲਾ ਤੇ 2 ਲਾਵਾਂ ਛੱਡ ਕੇ ਗਿਆ। ਮਹਾਰਾਜ ਨੇ ਕਿਹਾ ਸੀ ਵੀ ਜੰਗਾਂ ਯੁੱਧਾਂ ਦਾ ਸਮਾਂ ਜਦੋਂ ਹੁਕਮ ਸਾਡਾ ਹੋਇਆ ਨਾ, ਉਸੇ ਵੇਲੇ ਇੱਕ ਵੀ ਕਦਮ ਕਿਸੇ ਹੋਰ ਪਾਸੇ ਨੂੰ ਨਹੀਂ ਪੁੱਟਣਾ, ਸਾਡੇ ਵਾਲੇ ਪਾਸੇ ਨੂੰ ਤੇਰਾ ਕਦਮ ਹੋਏਗਾ ਜਦੋਂ ਹੁਕਮ ਸਾਡਾ ਮਿਲੇਗਾ। 2 ਲਾਵਾਂ ਵਿੱਚੇ ਛੱਡਤੀਆਂ। ਕਹਿੰਦਾ ਮੇਰੇ ਗੁਰੂ ਦਾ ਹੁਕਮ ਆ ਗਿਆ। ਉਹ ਫਿਰ ਕਹਿੰਦੇ ਜੀ ਹੁਣ ਇਹ ਕੀ ਹੋਇਆ ਵੀ ਅੱਧੀਆਂ ਲਾਵਾਂ। ਉਹ ਫਿਰ ਉਹਨੇ ਆਪਣਾ ਪਰਨਾ ਦਿੱਤਾ ਜਿਹੜਾ ਗਲ 'ਚ ਪਾਇਆ, ਕਹਿੰਦੇ ਇਹਦੇ ਨਾਲ ਹੀ ਕਰਵਾ ਦਿਓ। ਮੇਰੇ ਗੁਰੂ ਦਾ ਹੁਕਮ ਹੈ ਇੱਕ ਕਦਮ ਵੀ ਦੂਸਰੇ ਪਾਸੇ ਨੂੰ ਨਹੀਂ ਪੁੱਟਣਾ ਜਦੋਂ ਹੁਕਮ ਹੈਗਾ। ਉਹ ਚਲਾ ਗਿਆ ਜੀ ਹੁਸ਼ਿਆਰਪੁਰ, ਲੰਘਣ ਲੱਗਾ ਤੇ ਇੱਕ ਬੇਸਵਾ ਦਾ ਦਰਵਾਜ਼ਾ ਆ ਗਿਆ। ਮਨ ਰਸਤੇ 'ਚ ਆਉਂਦਾ ਮੇਰੇ ਵਰਗਾ ਕੋਈ ਸਿੱਖ ਨਹੀਂ ਹੋਏਗਾ। ਪਕੜ ਥੋੜ੍ਹੀ ਢਿੱਲੀ ਹੋਣ ਲੱਗੀ। ਮੇਰੇ ਵਰਗਾ ਕੋਈ ਸਿੱਖ ਨਹੀਂ ਹੋਏਗਾ ਜਿਹੜਾ ਆਨੰਦ ਕਾਰਜਾਂ ਤੇ ਛੱਡ ਕੇ ਆ ਗਿਆ ਹੋਵੇ। ਕਈ ਵਾਰੀ ਐਸਾ ਹੋ ਜਾਂਦਾ ਨਾ, ਉਹ ਰਸਤੇ 'ਤੇ ਜਾਂਦੇ ਉਹ ਬੇਸਵਾ ਦਰਵਾਜ਼ਾ, ਮਨ ਬਦਲ ਗਿਆ, ਉਹ ਵਕਾਰ ਭੁਗਤ ਡਿੱਗਣ ਲੱਗਾ, ਪਕੜ ਢਿੱਲੀ ਹੋ ਗਈ। ਤੇ ਹੋਇਆ ਕਿ ਜਦੋਂ ਚੁਬਾਰੇ 'ਤੇ ਚੱਲਿਆ ਤੇ ਇੱਕ ਬਰਸੇ ਵਾਲਾ ਉੱਥੇ ਚੋਬਦਾਰ ਖੜਾ, ਉਹਨੇ ਸੋਚਿਆ ਵੀ ਇੱਕ ਰਾਜੇ ਦਾ ਕੋਈ ਸੇਵਾਦਾਰ ਲੱਗਦਾ ਹੈ ਤੇ ਵੀ ਮੈਂ ਨਹੀਂ ਜਾ ਸਕਦਾ, ਮੈਨੂੰ ਮਾਰੋ। ਜਦੋਂ ਇਸ ਤਰ੍ਹਾਂ ਕਰਦਿਆਂ ਕਰਦਿਆਂ ਦਿਨ ਚੜ੍ਹਿਆ ਤੇ ਉਹ ਭਾਈ ਜੋਗਾ ਜੀ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ 'ਚ। ਫਿਰ ਪਛਤਾਵਾ ਵੀ ਹੋਇਆ, ਉਹ ਭਲਿਆ ਆਨੰਦ ਕਾਰਜ ਛੱਡ ਕੇ ਕਿੱਥੇ ਡਿੱਗਣ ਲੱਗਾ ਹਾਂ। ਉਹ ਜਦੋਂ ਆਇਆ ਤੇ ਮਹਾਰਾਜ ਦੀਆਂ ਅੱਖਾਂ ਲਾਲ ਨੇ, ਕਵੀ ਸੰਤੋਖ ਸਿੰਘ ਕਹਿੰਦੇ, ਇਹਨੇ ਮੱਥਾ ਟੇਕਿਆ, ਅੱਖਾਂ ਤਾਂ ਨਾ ਭਲਾਈਆਂ। ਜਦੋਂ ਸਾਡੇ ਅੰਦਰ ਗੁਨਾਹ ਪਾਪ ਹੋਣਾ ਤੇ ਗੁਰੂ ਨਾਲ ਗੁਰਮੁਖੋਂ ਫਿਰ ਅੱਖਾਂ ਦੀਆਂ ਮਿਲਦੀਆਂ। ਸੱਚ ਜਾਣਿਓ ਬੇਸ਼ਰਮੀ ਦੇ ਤੌਰ 'ਤੇ ਭਾਵੇਂ ਕੋਈ ਜਿਹਦੇ ਅੰਦਰ ਥੋੜ੍ਹਾ ਜਿਹਾ ਪਛਤਾਵਾ ਹੋ, ਕਹਿੰਦਾ ਕੀ ਮੂੰਹ ਲੈ ਕੇ ਜਾਵਾਂ ਗੁਰਦੁਆਰੇ, ਗੁਰੂ ਨੂੰ ਕੀ ਮੂੰਹ ਵਿਖਾਵਾਂਗਾ, ਜੀਵਨ ਮੇਰਾ ਚੰਗਾ ਨਹੀਂ। ਉਹ ਗਿਆ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ, ਜਾਣਾ ਹੀ ਪੈਣਾ। ਉਹ ਜਦੋਂ ਗਿਆ ਮਹਾਰਾਜ ਦੇ ਨੇਤਰ ਲਾਲ ਤੇ ਉਹ ਬੜਾ ਅੰਦਰ ਡਰ ਵੀ ਸੀ। ਮਹਾਰਾਜ ਨੂੰ ਅੰਤਰਜਾਮੀ ਵੀ ਹੈ। ਮਹਾਰਾਜ ਵੀ ਤੁਹਾਡੇ ਨੇਤਰ ਬੜੇ ਲਾਲ ਥੱਕੇ, ਰਾਮ ਨੇ ਕੀਤਾ ਲੱਗਦਾ। ਮਹਾਰਾਜ ਨੇ ਬਚਨ ਕੇ ਕਹਿੰਦੇ ਜੇ ਸੌਣ ਦੇ ਨੂੰ ਰਾਮ ਕਰਨ ਦੇ ਨੂੰ ਤੇ ਅਸੀਂ ਰਾਮ ਕਰ ਦੇਣਾ। ਮਹਾਰਾਜ ਉਹ ਪਤਾ ਲੱਗ ਗਿਆ ਵੀ ਜਾਣਦੇ ਸਰ ਉਹ ਪਤਾ ਲੱਗ ਗਿਆ ਜੀ ਗੁਰੂ ਸਾਹਿਬ ਵੀ ਸਾਨੂੰ ਜਿਹੜੇ ਮੈਨੂੰ ਚਬਾਰੇ 'ਚ ਨਹੀਂ ਸੀ ਜਾਣ ਦਿੰਦੇ। ਮਹਾਰਾਜ ਕਹਿੰਦੇ ਹੋਏ ਸਾਡੀ ਪਹਿਰੇਦਾਰੀ ਤੇ ਤੁਸੀਂ ਬਹੁਤ ਕਰਦੇ ਰਹੇ, ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ, ਜੋਗਿਆ ਤੂੰ ਮੈਨੂੰ ਵੀ ਵਰਸ਼ਾ ਫੜਾ ਕੇ ਆਪਣੀ ਪਹਿਰੇਦਾਰੀ ਦੇ ਕਿਸੇ ਦਿਨ ਖੜਾ ਕਰ ਦੇਗਾ। ਜੇ ਪਕੜ ਮਜ਼ਬੂਤ ਹੈ ਨਾ ਤਾਂ ਗੁਰੂ ਰੱਬ ਨਾਲ ਬੁਲਾਉਂਦਾ, ਡਿੱਗਣ ਨਹੀਂ ਦਿੰਦਾ, ਪਰ ਪਕੜ ਸਾਨੂੰ ਰੱਖਣੀ ਪੈਣੀ ਹੈ। ਉਹ ਕਬੂਤਰ ਨੇ ਇਹੀ ਤਾਂ ਗੱਲ ਕਹਿੰਦਾ ਮੈਂ ਢੂੰਡਣਾ ਹੀ ਹੈ, ਪਕੜ ਤੇਰੀ ਮਜ਼ਬੂਤ ਹੋਣੀ ਚਾਹੀਦੀ ਹੈ। ਗੁਰੂ ਨੇ ਤੇ ਰੱਬ ਨਾਲ ਮਿਲਾਉਣਾ, ਪਕੜ ਸਿੱਖ ਦੀ ਹੋਣੀ ਚਾਹੀਦੀ, ਮੈਂ ਵਕਾਰਾਂ 'ਚ ਨਹੀਂ ਡਿੱਗਣਾ। ਗੁਰੂ ਸਾਡਾ ਬੜਾ ਵੱਡਾ ਹੈ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ। ਵਾਰ ਪਰਿਵਾਰ ਚਾਰਾ ਬੱਚਿਆਂ ਨੂੰ ਵਾਰ ਦੇਵੇ, ਦੇਸ਼ ਕੌਮ ਉਤੋਂ ਕੁਰਬਾਨ ਵਾਰ-ਵਾਰ ਜੀ। ਸਾਰੀ ਰਾਤ ਪਹਿਰਾ ਦੇਵੇ, ਆਪ ਚੌਕੀਦਾਰ ਹੋਵੇ। ਕਹਿੰਦੇ ਉਹ ਚੌਕੀਦਾਰ ਬਣ ਕੇ ਪਹਿਰੇਦਾਰੀ ਦੇਣ ਦੀ 2 ਵਾਰੀ ਪਹਿਰੇਦਾਰੀ ਕੀਤੀ ਮਹਾਰਾਜ ਨੇ, ਇੱਕ ਚਮਕੌਰ ਦੀ ਗੜੀ 'ਚ ਤੇ ਇੱਕ ਜੋਗੇ ਦੇ। ਉਹ ਜੋ ਚੁਬਾਰੇ 'ਚ ਜਾਣ ਲੱਗਾ ਸੀ ਰਸਤੇ 'ਚ ਖੜ ਗਏ। ਵੈਸੇ ਤਾਂ ਅਨੇਕਾਂ ਸਾਡੇ ਕੋਲ ਇਹੋ ਜਿਹੀਆਂ ਸਾਖੀਆਂ। ਤਾਂ ਜਿਹੜੀ ਅੱਜ ਸ਼ਬਦ ਨਾਲ ਬਿਲਕੁਲ ਰਲਦੀ ਮਿਲਦੀ ਵਿਚਾਰ ਹੈ ਜਿਹੜੀ ਦਾਸ ਆਪ ਨਾਲ ਸਾਂਝੀ ਕਰਨ ਲੱਗਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹੀ ਕਿਹਾ, ਅਸੀਂ ਪਾਪੀ ਹਾਂ, ਕੀਟੀਆਂ ਦੀ ਤਰ੍ਹਾਂ ਬਕਾਵੀ ਹੈ। ਗੁਰੂ ਦੀ ਲੋੜ ਹੈ ਵੀ ਗੁਰੂ ਸਾਡੀ ਅਗਵਾਈ ਕਰੇ, ਸਾਰੀ ਰਾਤ ਪਹਿਰਾ ਦੇਵੇ, ਆਪ ਚੌਕੀਦਾਰ ਹੋ ਕੇ। ਪਾਪ ਅੱਗ ਵਿੱਚੋਂ ਲਏ ਸਿੱਖ ਕੋ, ਪਾਪ ਅੱਗ 'ਚੋਂ ਸਿੱਖ ਨੂੰ ਕੱਢ ਲੈਂਦੇ ਜੇ ਪਕੜ ਸਿੱਖ ਦੀ ਮਜ਼ਬੂਤ ਹੋਵੇ ਤਾਂ। ਹੁਣ ਜੇ ਭਾਈ ਜੋਗੇ ਦਾ ਧਿਆਨ ਗੁਰੂ ਸਾਹਿਬ ਵੱਲ ਸੀ ਨਾ, ਵੀ ਗੁਰੂ ਸਾਹਿਬ ਨੇ ਸੱਦਿਆ ਲਾਵਾਂ ਛੱਡਿਆ, ਗੁਰੂ ਦਾ ਧਿਆਨ ਵੀ ਭਾਈ ਜੋਗੇ ਵੱਲ ਸੀ ਵੀ ਉਹ ਲਾਵਾਂ ਛੱਡ ਕੇ ਤੁਰਿਆ ਹੁੰਦਾ। ਜੇ ਭਾਈ ਜੋਗੇ ਦਾ ਧਿਆਨ ਗੁਰੂ ਵੱਲ ਸੀ ਤੇ ਤਾਂ ਗੁਰੂ ਸਾਹਿਬ ਦਾ ਧਿਆਨ ਉਹਦੇ ਵੱਲ ਸੀ।
ਜੇ ਭਾਈ ਜੋਗੇ ਦਾ ਧਿਆਨ ਗੁਰੂ ਡਰ ਸੀ ਗੁਰੂ ਸਾਹਿਬ ਦਾ ਅੰਦਰ, ਤੇ ਫਿਰ ਗੁਰੂ ਸਾਹਿਬ ਨੇ ਵੀ ਬਖਸ਼ਿਸ਼ ਵਰਤਾਈ। ਕਹਿਣ ਦਾ ਭਾਵ ਗੁਰੂ ਦੀ ਜ਼ਰੂਰਤ ਹੈ। ਅੱਜ ਦਾ ਜਿਹੜਾ ਸ਼ਲੋਕ ਹੈ ਇਹੀ ਵਿਚਾਰ ਹੈ, ਬੜੇ ਪਿਆਰ ਨਾਲ ਆਪਾਂ ਨੇ ਸਰਵਣ ਕਰਨੀ। ਪਤਤ ਉਦਾਹਰਨ ਭੈ ਹਰਮ। ਪਤਤ ਕੌਣ ਹੈ? ਅਸੀਂ ਇਖਲਾਕ ਤੋਂ ਡਿੱਗੇ ਹੋਏ, ਵਕਾਰਾਂ 'ਚ ਡਿੱਗੇ ਹੋਏ। ਪਤਤ ਤੇ ਉਹਨੂੰ ਕਹਿੰਦੇ ਜਿਹੜਾ ਵਕਾਰਾਂ ਦੇ ਵਿੱਚ ਖਚਤ ਹੋਇਆ ਹੋਵੇ। ਐਸੇ ਕਰਕੇ ਤੇ ਸਾਨੂੰ ਗੁਰੂ ਦੀ ਲੋੜ ਹੈ। ਬਹੁਤੇ ਮਨੁੱਖ ਤੁਹਾਨੂੰ ਕਹਿਣਗੇ ਮੈਂ ਕਿਹੜਾ ਕੋਈ ਪਾਪ ਕਰਦਾ, ਮੈਂ ਕਿਹੜਾ ਕੋਈ ਨਸ਼ਾ ਕਰਦਾ, ਮੈਂ ਕਿਹੜਾ ਮਾਸ ਦਾ ਸੇਵਨ ਕਰਦਾ, ਮੈਨੂੰ ਅੰਮ੍ਰਿਤ ਦੀ ਕੀ ਲੋੜ ਹੈ। ਅੰਮ੍ਰਿਤ ਤੇ ਗੁਰੂ ਸਾਹਿਬ ਨੇ ਵੀ ਮੰਗ ਕੇ ਛਕਿਆ ਹੈ। ਉਹ ਵਕਾਰਾਂ 'ਚ ਨਹੀਂ ਸੀ ਡਿੱਗੇ ਗੁਰੂ ਸਾਹਿਬ ਜੀ, ਉਹ ਤੇ ਰੱਬ ਨੂੰ ਲੋਕ ਪੂਜਦੇ ਸਨ, ਫਿਰ ਵੀ ਅੰਮ੍ਰਿਤ ਦੀ ਲੋੜ ਸੀ। ਸਾਨੂੰ ਪਾਪੀਆਂ ਨੂੰ ਤੇ ਗੁਰੂ ਹੀ ਤਾਰ ਸਕਦਾ ਹੈ। ਕਈ ਵਾਰੀ ਬੰਦਾ ਮੰਨ ਲਓ ਮੈਂ ਜਿਹੜੇ ਗੁਨਾਹ ਪਾਪ ਕਰਦਾ ਹੈ ਨਾ, ਉਹ ਤੁਹਾਨੂੰ ਨਹੀਂ ਪਤਾ ਹੋਣਗੇ ਤੇ ਤੁਹਾਡੀਆਂ ਨਜ਼ਰਾਂ 'ਚ ਮੈਂ ਬਹੁਤ ਉੱਚਾ ਹੋ ਸਕਦਾ, ਜਾਂ ਮੈਂ ਆਪਣੇ ਆਪ ਨੂੰ ਸਮਝਦਾ ਵੀ ਲੋਕ ਮੇਰਾ ਸਤਿਕਾਰ ਬੜਾ ਕਰਦੇ, ਮੈਂ ਬੜਾ ਉੱਚਾ ਹੈ। ਪਰ ਜਦੋਂ ਗੁਰੂ ਸਾਹਿਬ ਕੋਲ ਆਵਾਂਗਾ ਉਹਨੇ ਇੱਕ ਔਗਣ ਮੇਰੇ ਸਾਹਮਣੇ ਰੱਖ ਦੇਣਾ, ਕਹਿੰਦਾ ਲੋਕਾਂ ਤੋਂ ਆਹ ਕੁਛ ਪਾਏ ਸੀ, ਗੁਰੂ ਤੇ ਰੱਬ ਤੋਂ ਕੌਣ ਕੁਛ ਪਾ ਸਕਦਾ। ਇਹਦਾ ਮਤਲਬ ਅਸੀਂ ਪਾਪੀ ਹੈ। ਉਹ ਵੱਖਰੀ ਗੱਲ ਹੈ, ਲੋਕਾਂ ਦੀਆਂ ਨਜ਼ਰਾਂ 'ਚ ਕਦੇ ਮੇਰੀ ਧਰਮੀ ਵੀ ਹੋਈ ਹੈ। ਗੁਰੂ ਦੀਆਂ ਨਜ਼ਰਾਂ 'ਚ ਧਰਮੀ ਬਣਨਾ ਬੜਾ ਔਖਾ ਹੈ। ਗੁਰੂ ਦੀਆਂ ਨਜ਼ਰਾਂ 'ਚ ਧਰਮੀ ਬਣਨਾ ਬੜਾ ਔਖਾ ਹੈ। ਉਹ ਤੇ ਬਖਸ਼ੇ, ਪਾਪੀ ਨੂੰ ਬਖਸ਼ੇ ਤੇ ਤਾਂ ਅਸੀਂ ਮਿਲ ਸਕਦੇ। ਤੇ ਇਹਦਾ ਮਤਲਬ ਇਹ ਵੀ ਨਹੀਂ ਵੀ ਹੁਣ ਅਸੀਂ ਪਾਪ ਹੀ ਨਹੀਂ ਕੀਤਾ। 10 ਇੱਕ ਘਟਨਾ ਦਾ ਜ਼ਿਕਰ ਕਰ ਦਿੰਦਾ। ਇਹ ਸ਼ਲੋਕ ਦੀ ਸਮਝ ਲਓ ਵਿਆਖਿਆ ਹੁੰਦੀ, ਆਪਾਂ ਸੰਖੇਪ ਵਿਆਖਿਆ ਸ਼ਲੋਕ ਦੀ ਕਰਾਂਗੇ। ਉਹ ਵੀ ਕਿਸੇ ਫਕੀਰ ਨੂੰ ਦਾਸ ਨੇ ਅੱਗੇ ਵੀ ਬੇਨਤੀ ਕੀਤੀ, ਪਰ ਮਿਲਦੀ ਜੁਲਦੀ ਬੇਨਤੀ। ਫਿਰ ਕਈ ਵਾਰੀ ਨਾ ਬੱਚਾ ਜਿੰਨਾ ਮਰਜ਼ੀ ਪੜ੍ਹ ਲੇ, ਜਿੰਨਾ ਮਰਜ਼ੀ, ਤੇ ਪਤਾ ਫਿਰ ਉਹਨੂੰ ਇੱਕ ਪੁੱਛਿਆ ਜਾਂਦਾ, ਕਹਿੰਦੇ ਭਾਈ 35 ਸੁਣਾ। ਕਿ ਉਹਨੂੰ ਬਹੁਤ ਪੜ੍ਹੇ ਹੋਏ ਬੱਚੇ ਨੂੰ ਹੁਣ ਤੇ ਪਿੱਛੇ ਜੋ ਹੋਇਆ ਵੀ ਇੱਕ ਧਰਮ ਦਾ ਬਹੁਤ ਵੱਡਾ ਆਗੂ ਸੀ, ਤੇ ਉਹਨਾਂ ਨੇ ਟੈਸਟ ਰੱਖ ਲਿਆ, ਕਹਿੰਦੇ ਗੁਰਮੁਖੀ ਦੇ 35 ਅੱਖਰ ਲਿਖ ਕੇ ਵਿਖਾਓ, ਤੇ ਉਹਨੂੰ 35 ਅੱਖਰ ਨਾਲ ਲਿਖਣੇ ਆਏ ਗੁਰਮੁਖੀ ਦੇ। ਪੜ੍ਹੇ ਅਸੀਂ ਸਾਰੇ ਹੀ 35 ਅੱਖਰ। ਕਈ ਵਾਰੀ 10 ਜਿਹੜੀ ਬੇਨਤੀ ਕਰਨਾ ਚਾਹੁੰਦਾ, ਵਿਚਾਰ ਅਸੀਂ ਇੱਕ ਓਂਕਾਰ ਤੋਂ ਸ਼ੁਰੂ ਕੀਤੀ, ਆ ਗਏ ਅਸੀਂ 18-10-20 ਦੇ ਨੇੜੇ। ਤੇ ਗੁਰੂ ਸਾਹਿਬ ਜੀ ਹੋ ਸਕਦਾ ਸਾਰੀ ਵਿਚਾਰ ਸੁਣਨ ਵਾਲਿਆਂ ਨੂੰ ਕਹਿ ਦੇਣ ਹੁਣ 35 ਸੁਣਾ, 35 ਯਾਦ ਹੈ ਕਿ ਨਹੀਂ। ਤੇ ਜੇ 35 ਭੁੱਲ ਗਈ ਤੇ ਫਿਰ ਤੇ ਕੁਛ ਵੀ ਨਹੀਂ। ਦੱਸਦੀ ਵੀ ਮੈਂ ਕਿਹਾ ਵੀ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਪਿੱਛੇ ਕੀਤੀਆਂ ਨਾ, ਫਿਰ ਭੋਗ ਦੇ ਸ਼ਲੋਕਾਂ 'ਚ ਇੱਕ ਵਾਰੀ ਇਕੱਠ ਕਰ ਲਈਆਂ, ਕਿੱਦੜ ਕਰ ਲਈਆਂ। ਉਹ ਸਾਧੂ ਨੂੰ, ਫਕੀਰ ਨੂੰ, ਉਹ ਰਾਜਾ ਫਾਂਸੀ ਲਾਉਣ ਲੱਗਾ। ਫਾਂਸੀ, ਉਹ ਫਕੀਰ ਕਹਿੰਦਾ ਵੀ ਮੇਰਾ ਤਾਂ ਗੁਨਾਹ ਹੀ ਕੋਈ ਨਹੀਂ ਹੈ, ਮੈਂ ਤਾਂ ਜ਼ਿੰਦਗੀ 'ਚ ਪਾਪ ਹੀ ਕੋਈ ਨਹੀਂ ਕੀਤਾ, ਮੈਂ ਤੇ ਸੰਤਾਂ ਦੇ ਵਿੱਚ ਰਿਹਾ, ਤੇ ਫਾਂਸੀ ਦੀ ਸਜ਼ਾ ਮੈਨੂੰ ਕਿਉਂ। ਫਾਂਸੀ ਦੀ ਸਜ਼ਾ ਤੇ ਵਕਾਰੀਆਂ ਨੂੰ ਜਿੰਨਾ ਕ੍ਰਾਈਮ ਕੀਤਾ, ਪਾਪ ਕੀਤੇ, ਉਹਨਾਂ ਨੂੰ ਮਿਲਦੀ ਹੈ। ਰੱਬ ਨੂੰ ਦੁਹਾਈ ਦਿੰਦਾ, ਕਹਿੰਦਾ ਜੀ ਇਨਸਾਫ ਕਰੋ, ਤੇਰੇ ਘਰ ਇਨਸਾਫ ਕੋਈ ਨਹੀਂ, ਮੈਂ ਕਿਹੜਾ ਪਾਪ ਕੀਤਾ, ਕਾਹਦੀ ਸਜ਼ਾ। ਜਦੋਂ ਦੁਹਾਈ ਪਾਉਂਦਾ ਸੀ, ਰੱਬ ਨੇ ਇੱਕ ਫਿਲਮ ਟ੍ਰੇਲਰ ਵਿਖਾਇਆ, ਕਹਿਣ ਲੱਗੇ ਨਿੱਕਾ ਜਿਹਾ ਸਾਂ ਤਿਤਲੀ ਦੀਆਂ ਅੱਖਾਂ 'ਚ ਸੂਲਾ ਮਾਰ ਕੇ ਤੂੰ ਉਹਨੂੰ ਮਾਰਿਆ, ਉਹਦੀ ਸਜ਼ਾ ਤੈਨੂੰ ਫਾਂਸੀ ਰੂਪ 'ਚ ਮਿਲਣ ਲੱਗੀ। ਇਹ ਅੱਗੋਂ ਹੁਣ ਚਲਾਕ ਸੀ, ਇਹਨੇ ਬੰਦਗੀ ਵੀ ਕੀਤੀ ਹੈ, ਸਿਆਣਾ ਸੀ ਬੰਦਗੀ। ਇਹ ਕਹਿੰਦਾ ਜੀ ਉਹ ਤੇ ਬਚਪਨ ਸੀ, ਗੁਨਾਹ ਮਾਫ਼ ਹੋਣਾ ਚਾਹੀਦਾ ਹੈ, ਬੰਦਗੀ ਵੀ ਇਹਨੇ ਕੀਤੀ। ਕਹਿੰਦੇ ਤੂੰ ਮਾਫ਼ ਕਰੋ ਨਹੀਂ ਨਾ ਕਿਹਾ, ਮਾਫ਼ ਤੇ ਗੁਨਾਹ ਵੱਡੇ ਵੱਡੇ ਗੁਰੂ ਕਰ। ਤੁਸੀਂ ਗੁਰੂ ਸਾਹਿਬ ਕੋਲ ਆਏ ਹੋ, ਜੋ ਕੁਝ ਤੁਸੀਂ ਮਰਜ਼ੀ ਪਿੱਛੇ ਕੀਤੇ, ਅੱਗੇ ਤੋਂ ਤੌਬਾ ਕਰ ਜੋ ਗੁਰੂ ਸਾਹਿਬ ਜੀ, ਨਹੀਂ ਕਰਾਂਗਾ, ਨਹੀਂ ਕਰਾਂਗਾ, ਕਿਰਪਾ ਕਰੋ। ਤੇ ਗੁਰੂ ਸਾਹਿਬ ਜੀ ਕੱਲ੍ਹ ਦੇ ਤੁਹਾਡੇ ਔਗਣ ਨੂੰ ਤੁਹਾਡੇ ਸਾਹਮਣੇ ਨਹੀਂ ਰੱਖੇਗਾ। ਕੱਲ੍ਹ ਕੀ ਕੀਤਾ ਉਹਨੇ ਗੱਲ ਨਾਲ ਲਾ ਲੈਣਾ, ਅੱਗੇ ਤੋਂ ਨਾ ਕਰੀ, ਅੱਗੇ ਤੋਂ ਨਾ ਕਰੀ। ਉਹ ਇਹ ਨਹੀਂ ਕਹੇਗਾ ਕੱਲ੍ਹ ਕੀ ਕਰਕੇ ਆਇਆ, ਪਰ ਜੇ ਤੌਬਾ ਕਰਾਂਗੇ ਤੇ ਇਹ ਨਹੀਂ ਹੈਗਾ ਵੀ ਇੱਕ ਵਾਰੀ ਕਹਿ ਕੇ ਕੱਲ੍ਹ ਨੂੰ ਫਿਰ ਨਹੀਂ ਜੋ ਗੁਰੂ ਬਖਸ਼ਦਾ, ਫਿਰ ਤੇ ਹੱਥੀਂ ਸਜ਼ਾ ਵੀ ਦਵਾਉਂਦਾ ਹੈ। ਇਹ ਸਾਡੇ ਗੁਰੂ ਘਰ ਦਾ ਇਤਿਹਾਸ ਹੀ ਇਹ ਹੈ। ਹਾਂ, ਜੇ ਤੌਬਾ ਕਰਾਂਗੇ ਫਿਰ ਉਹ ਕੱਲ੍ਹ ਸਵੇਰੇ ਕੀ ਕੀਤਾ ਇਹ ਨਹੀਂ ਪੁੱਛੇਗਾ ਤੁਹਾਨੂੰ, ਉਹ ਬਖਸ਼ਦਾ, ਉਹ ਬਖਸ਼ਿੰਦਾ। ਉਹ ਕਹਿੰਦਾ ਜੀ ਇਨਸਾਫ ਕਰੋ, ਇਨਸਾਫ ਕਰੋ। ਫਿਰ ਵੀ ਉਹਨੂੰ ਫਾਂਸੀ ਤੇ ਲਟਕਾ ਦਿੱਤਾ ਜੀ, ਵੀ ਰੱਬਾ ਤੇਰੇ ਘਰ ਦਾ। ਤਾਂ ਫਾਂਸੀ ਤੇ ਉਹਦੀ ਆਤਮਾ ਨਿਕਲੀ, ਉਹ ਰੱਬ ਦੇ ਘਰ ਚਲੀ ਗਈ। ਫਿਰ ਉਹਦੇ ਕਹਿੰਦੀ ਰੱਬਾ ਤੇਰੇ ਘਰੇ ਇਨਸਾਫ ਹੀ ਕੋਈ ਨਹੀਂ ਹੈ। ਕਹਿੰਦੇ ਤੈਨੂੰ ਵਿਖਾਇਆ ਤਾਂ ਇਹਨੂੰ ਪਾਪ। ਕਹਿੰਦਾ ਜੀ ਉਹ ਬਚਪਨਾ ਸੀ, ਉਹ ਤੇ ਮਾਫ਼ ਹੋਣਾ ਚਾਹੀਦਾ। ਕਹਿੰਦੇ ਤੂੰ ਮਾਫ਼ ਕਹਿੰਦਾ ਤੇ ਸਹੀ, ਮਾਫ਼ ਕਰੋ, ਮਾਫ਼ ਕਰੋ, ਮਾਫ਼ ਕਰੋ, ਤੇਰੀ ਫਾਂਸੀ ਵੀ ਟਾਲ ਦੇਣੀ ਸੀ, ਤੂੰ ਇਨਸਾਫ ਕਰੋ ਇਹ ਕਹਿੰਦਾ ਰਿਹਾ। ਅਸਲ ਦੇ ਅੰਦਰ ਤੂੰ ਜਿਹੜੇ ਚੋਲੇ 'ਚ ਰਿਹਾ ਨਾ, ਉਸ ਚੋਲੇ 'ਚ ਰਹਿ ਕੇ ਵੀ ਤੂੰ ਬੜੇ ਪਾਪ ਕੀਤੇ। ਲੋਕ ਤੈਨੂੰ ਧਰਮੀ ਮੰਨਦੇ ਹੋਣਗੇ, ਜੋ ਕੁਝ ਕੀਤਾ ਉਹ ਰੱਬ ਨੇ ਸਾਹਮਣੇ ਲਿਆ ਕੇ ਰੱਖ ਦਿੱਤਾ। ਕਹਿੰਦਾ ਆਹ ਕੁਝ ਕੀਤਾ, ਹੈਰਾਨ ਹੋ ਗਿਆ। ਕਹਿੰਦਾ ਇਹਦਾ ਤਾਂ ਕਿਸੇ ਨੂੰ ਖਬਰ ਨਹੀਂ ਸੀ। ਕਹਿੰਦੇ ਰੱਬ ਕਹਿੰਦਾ ਮੈਨੂੰ ਖਬਰ ਸੀ ਜੋ ਕੁਝ ਕਰਦਾ ਹੈ।
ਅੰਤਮ ਅਰਦਾਸ ਦਾ ਮਤਲਬ ਵੀ ਹੈ ਜੀ ਮਾਫ ਕਰੋ, ਮਾਫ ਕਰੋ। ਮੈਂ ਤਾਂ ਬੇਨਤੀ ਕਰਦਾ ਨਾ, ਜਿਹੜਾ ਚਲਾ ਗਿਆ ਜੀਵਨ ਚੰਗਾ ਨਹੀਂ ਸੀ, ਅਸੀਂ ਇਕੱਠੇ ਹੋਏ ਤੇ ਇਹੀ ਕਹੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮਹਾਰਾਜ ਇਹਨੂੰ ਮਾਫ ਕਰੋ। ਜੇ ਇਨਸਾਫ ਤੇ ਆ ਜਾਵਾਂਗੇ, ਅਸੀਂ ਤੇ ਰੋਜ਼ ਪਾਪ ਕਰਦੇ ਹਾਂ। ਪਾਪ ਸੁਰਤ ਕਰਕੇ ਹੁੰਦਾ ਹੈ। ਕਈ ਵਾਰੀ ਨਾ ਕੋਈ ਕਰਮ ਅਸੀਂ ਕੀਤਾ ਨਹੀਂ, ਸੋਚਿਆ, ਉਹ ਪਾਪ ਬਣ ਜਾਂਦਾ। ਇਸ ਵਿਸ਼ੇ 'ਚ ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ ਹੈ ਵੀ ਅਸੀਂ ਉਹ ਕਰਮ ਮੈਂ ਤੁਰਿਆ ਜਾਂਦਾ ਹੈ, ਕਿਸੇ ਬਾਰੇ ਬੁਰਾ ਸੋਚ ਲਿਆ, ਕੀਤਾ ਨਹੀਂ ਹੈ, ਸਿਰਫ ਸੋਚਿਆ। ਉਹ ਕਰਨੀ ਕਾਗਦ ਮਨ ਪਸਵਾਣੀ, ਬੁਰਾ ਭਲਾ ਦੋਏ ਲੇਖ। ਉਹ ਬੁਰਾ ਮੇਰੇ ਅੰਦਰ ਲਿਖਿਆ ਗਿਆ, ਇਹ ਪਾਪ ਕੀਤੇ ਦੀ ਸਜ਼ਾ। ਉਹ ਪਾਪ ਕਰ ਲਿਆ ਮੈਂ ਸੁਰਤ ਕਰਕੇ, ਵੈਸੇ ਨਹੀਂ ਕੀਤਾ, ਸੋਚ ਲਿਆ ਨਾ ਮੈਂ ਕਰਨਾ। ਮਹਾਰਾਜ ਤਾਂ ਹੀ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚਿੱਤ 'ਚ ਸੋਚੋ ਨਾ ਕਿਸੇ ਦਾ ਬੁਰਾ। ਸੋਚਿਆ ਵੀ ਪਾਪ ਬਣਦਾ। ਅਸੀਂ ਬਹੁਤਾ ਕੀਤਾ ਨਹੀਂ, ਸੋਚਿਆ ਪਾਪ ਜੇ ਰੱਬ ਨੇ ਖੋਲ ਲਏ ਤੇ ਫਿਰ ਤੇ ਬਹੁਤ ਕੁਝ ਨਿਕਲੇਗਾ, ਫਿਰ ਤੇ ਬਹੁਤ ਕੁਝ ਨਿਕਲੇਗਾ। ਇਨਸਾਫ ਕਰੋ ਨਹੀਂ ਕਹਿਣਾ, ਅਸੀਂ ਮਾਫ ਕਰੋ ਵੀ ਅਸੀਂ ਪਤਿਤ ਹੈ, ਜੀਵਨ ਸਾਡਾ ਚੰਗਾ ਕੋਈ ਨਹੀਂ ਹੈ। ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ 'ਚੋਂ ਮਿਲ ਜਾਂਦੇ ਹੈ। ਬੜਾ ਪਿਆਰਾ ਸ਼ਬਦ ਹੈ ਬਾਬਾ ਫਰੀਦ ਜੀ ਦਾ, ਕੰਠ ਸਾਰਿਆਂ ਨੂੰ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਦਾ ਲੇਖ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ। ਪਤਾ ਬਾਬਾ ਫਰੀਦ ਜੀ ਨੇ ਕੀ ਕਹਿੰਦੇ? ਦੂਸਰਿਆਂ ਦਾ ਨਾ ਵੇਖ ਆ ਕੀ ਕਰਦੇ ਆ, ਆਪਣੇ ਅੰਦਰ ਝਾਤ ਮਾਰ ਕੇ ਵੇਖ ਤੂੰ ਕੀ ਕਰਦਾ। ਆਪਨੜੇ ਗਿਰੀਵਾਨ ਮੈਂ ਸਿਰ ਨੀਵਾ। ਜੇ ਅਕਲ ਬਰੀਕ ਰੱਖਦਾ ਨਾ ਮੈਂ ਬੜਾ ਧਰਮੀ ਹੈ, ਫਿਰ ਆਪਣੇ ਅੰਦਰ ਵੀ ਝਾਤ ਮਾਰ ਕੇ ਵੇਖ ਕਰ ਕੀ ਰਿਹਾ। ਅਸੀਂ ਦੂਸਰਿਆਂ ਦੇ ਗੁਨਾਹਾਂ ਦਾ ਸਾਨੂੰ ਪਤਾ ਵੀ ਫਲਾਣਾ ਕੀ ਕਰਦਾ ਜੀ, ਫਲਾਣਾ ਕੀ ਕਰਦਾ, ਖੁਦ ਦਾ ਆਪਾਂ ਨੂੰ ਪਤਾ ਨਹੀਂ ਮੈਂ ਕੀ ਕਰਦਾ। ਹੱਬ ਨਹੀਂ ਚੰਗੇ ਬੁਰਾ ਨਹੀਂ। ਉਹ ਵੇਖੋ ਮੇਰੇ ਕੋਲ ਬਹੁਤ ਸਰੀਰ ਆਉਂਦੇ, ਬਾਬਾ ਜੀ ਉਹ ਐਂ ਕਰ ਰਿਹਾ ਸੀ, ਐਂ ਕਰ ਰਿਹਾ ਸੀ, ਐਂ ਕਰ ਰਿਹਾ ਸੀ। ਮੈਂ ਕਈ ਵਾਰੀ ਕਹਿੰਦਾ ਆਪਾਂ ਕੀ ਕਰਦੇ, ਇਹਦੇ ਵੀ ਧਿਆਨ। ਉਹਦੇ ਸੇਵਾ ਕਰ ਰਿਹਾ ਸੀ ਨਾ, ਕਰ ਲੈਂਦੇ ਹੋ, ਆਪਾਂ ਕੀ ਕਰਦੇ ਹਾਂ। ਅਸੀਂ ਤੇ ਸਦਾ ਹੀ ਗੁਰੂ ਰਾਮਦਾਸ ਜੀ ਦੇ ਪ੍ਰਥਾਏ ਨਾਲ ਭੱਟ ਸਾਹਿਬ ਉਹਨਾਂ ਨੇ ਬੜੇ ਵਧੀਆ ਬਚਨ ਲਿਖੇ, ਕੰਠ ਸਾਰਿਆਂ ਨੂੰ। ਹਮ ਅਵਗੁਣ ਭਰੇ ਏਕ ਗੁਣ। ਪਤਾ ਇਹ ਸ਼ਬਦ ਕਿਹਾ ਕਿ ਨਾ ਭੱਟ ਸਾਹਿਬਾਨਾਂ ਨੇ। ਭੱਟ ਕੌਣ ਸਨ? ਰੱਬ ਰੂਪੀ ਸਨ, ਜਿਨ੍ਹਾਂ ਦੀ ਬਾਣੀ ਹੈ। ਰੱਬ ਰੂਪ ਇਨਸਾਨ ਇਹ ਕਹਿੰਦਾ ਵੀ ਮੈਂ ਔਗੁਣਾਂ ਨਾਲ ਭਰਿਆ। ਅਸੀਂ ਔਗੁਣਾਂ ਨਾਲ ਭਰੇ ਮੰਨਣ ਲਈ ਤਿਆਰ ਨਹੀਂ ਵੀ ਅਸੀਂ ਔਗੁਣਾਂ ਨਾਲ ਭਰੇ ਹਾਂ। ਅਸੀਂ ਕਦੀ ਆਣ ਕੇ ਕਿਹਾ ਮੈਂ ਪਾਪੀ ਹਾਂ ਜੀ, ਮੈਂ ਪਖੰਡੀ ਹੈ ਜੀ, ਮੈਂ ਅਧਰਮੀ ਹੈ ਜੀ, ਮੈਂ ਅਨੇਕਾਂ ਤਰ੍ਹਾਂ ਦੇ ਆਪਣੇ ਔਗੁਣ ਦੱਸੇ ਕਦੇ ਗੁਰੂ ਸਾਹਿਬ ਨੂੰ? ਕਦੀ ਵੀ ਨਹੀਂ। ਤੇ ਜਿਹੜੇ ਰੱਬ ਰੂਪ ਨੇ ਉਹ ਕਹਿੰਦੇ ਜੀ ਨਾਨਕ ਨੀਚ ਕਹੇ ਵਿਚਾਰ। ਕਹਿੰਦੇ ਸਾਡੇ ਵਰਗਾ ਇਖਲਾਕ ਨੂੰ ਸੁਰਤ ਕਰਕੇ ਗਿਰਿਆ ਹੀ ਕੋਈ ਨਹੀਂ ਹੈ। ਹਮ ਮੂਰਖ ਮੁਗਧ ਸ਼ਰਨਾਗਤੀ, ਜਿਨ੍ਹਾਂ ਨੇ ਲਿਖਿਆ ਉਹ ਤੇ ਬੜੇ ਉੱਜਰ ਰੱਬ ਰੂਪ ਸਨ। ਹਮ ਮੈਲੇ ਤੂੰ ਉਜਲ ਕਰਦੇ, ਕਦੇ ਕਿਹਾ ਗੁਰੂ ਸਾਹਿਬ ਨੂੰ? ਅਸੀਂ ਮੈਲੇ ਹਾਂ ਜੀ, ਤੁਸੀਂ ਪਵਿੱਤਰ ਕਰਨ ਵਾਲੇ ਹੋ। ਸੁਰਤ ਮੈਲੀ ਹੈ, ਸਰੀਰ ਕਰਕੇ ਨਹੀਂ। ਹਾਂ, ਸਰੀਰ ਦਾ ਇਸ਼ਨਾਨ ਅਸੀਂ ਸਰੋਵਰ 'ਚ ਕਰਾ ਸਕਦੇ ਬੋੜੀ ਸਾਹਿਬ 'ਚ, ਔਰ ਸੁਰਤ ਕਰਕੇ। ਹਮ ਮੈਲੇ ਤੂੰ ਉਜਲ ਕਰਤੇ, ਹਮ ਨਿਰਗੁਣ ਤੂੰ। ਅਸੀਂ ਨਿਰਗੁਣੇ, ਗੁਣਾ ਤੋਂ ਹੀਣੇ ਹੈ। ਕਿੰਨੇ ਕੌਗਣ ਜੇਤਾ ਸਮੁੰਦ ਸਾਗਰ, ਨੀਰ ਭਰਿਆ ਤੇਤੇ ਔਗਣ। ਹਮਾਰੇ ਦਇਆ ਕਰੋ ਕਛ ਮੇਰ ਉਪਾਵੋ, ਡੁੱਬਦੇ ਪੱਥਰ। ਕਦੇ ਕਿਹਾ ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ। ਕਦੇ ਕਿਹਾ ਗੁਰੂ ਸਾਹਿਬ ਤੁਸੀਂ ਆ ਕੇ ਤੇਰੇ ਤੋਂ ਬੇਮੁਖ ਹੀ ਹੈ, ਮੰਦਾ ਵੀ ਹੈ। ਤੇ ਮਹਾਰਾਜ ਨੇ ਦਿੱਤਾ ਕਿਹਾ ਹਮ ਅਪਰਾਧੀ ਵੀ ਹੈ। ਹਮ ਅਪਰਾਧੀ ਸਾਧ ਭੂਲਤੇ। ਅਸੀਂ ਸਦਾ ਹੀ ਚੋਰ ਯਾਰ ਜਵਾਰ ਮਾਂ ਕੁਝ ਕਰਦਾ ਹੈ ਜੀ, ਚੋਰੀ ਵੀ ਕਰ ਲੈਂਦਾ, ਯਾਰ ਬਣਾ ਕੇ ਵੀ ਧੋਖਾ ਕੀਤਾ ਹੈ, ਜੁਆਰ ਜੂਆ ਵੀ ਖੇਡਦਾ ਹੈ। ਹਉ ਪਾਦ ਘਰ ਜੋ ਹੱਦਾ, ਦ੍ਰਿਸ਼ਟੀ ਵੀ ਚੰਗੀ ਨਹੀਂ ਹੈ, ਪਰ ਘਰ ਜੋ ਹੱਦਾ ਵਾਲੀ ਹੈ। ਨਿੰਦਕ ਦੁਸ਼ਟ ਹਰਾਮ ਖੋਰ। ਮੈਂ ਨਿੰਦਕ ਵੱਡਾ ਦੁਸ਼ਟ ਹੈ, ਹਰਾਮ। ਇਹ ਉਹਨਾਂ ਨੇ ਬਚਨ ਲਿਖੇ, ਭਾਈ ਗੁਰਦਾਸ ਜੀ ਦੇ ਬਚਨ ਨੇ, ਜਿਹੜੇ ਰੱਬ ਰੂਪੀ ਸਨ। ਕਹਿੰਦੇ ਮਹਾਰਾਜ ਸਾਨੂੰ ਅੰਦਰੋਂ ਖੋਲੋਗੇ ਨਾ ਤੇ ਆਹ ਔਗਣ ਨਿਕਲਣੇ ਸਾਡੇ ਅੰਦਰੋਂ। ਅਸੀਂ ਤਾਂ ਬਹੁਤ ਕੁਝ ਕਰਦੇ, ਤੁਹਾਨੂੰ ਨਹੀਂ ਦੱਸਦੇ ਆ। ਇਸ ਗੱਲ ਦਾ ਮੈਨੂੰ ਪਤਾ, ਤੁਸੀਂ ਜਾਣਦੇ ਹੋ ਤਾਂ ਹੀ ਇਹ ਗੱਲ ਕਹੀ। ਮੰਨ ਲਓ ਜਿਹੜਾ ਬੰਦਾ ਸਾਡੇ ਬਾਰੇ ਜਾਣਦਾ ਵੀ, ਉਹਦੇ ਕੋਲ ਜਾ ਕੇ ਅਸੀਂ ਧਰਮੀ ਮੈਂ ਆਹ ਨਹੀਂ ਕੀਤਾ ਜੀ, ਆਹ ਨਹੀਂ ਕੀਤਾ ਜੀ, ਉਹ ਜਾਣਦਾ। ਤੇ ਜਿਹੜਾ ਜਾਣਦਾ ਵੀ ਉਹਦੇ ਕੋਲ ਜਾ ਕੇ ਮੰਨ ਜਾਣਾ ਚਾਹੀਦਾ ਜੀ ਮੈਂ ਕੀਤਾ ਹੈ। ਜਿਨ੍ਹਾਂ ਨੂੰ ਪਤਾ ਨਾ ਗੁਰੂ ਸਾਹਿਬ ਜੀ ਜਾਣਦੇ ਮੈਂ ਜੋ ਕੁਝ ਕਰਦਾ, ਉਹ ਇੱਥੇ ਆਣ ਕੇ ਗੱਲ ਕਹਿੰਦੇ ਹੈ।
ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਕਹਿੰਦਾ ਮੈਂ ਤੇ ਦੇਸ਼ਾਂ ਨੂੰ ਵੀ ਠੱਗਦਾ, ਜਿਹਦੇ ਨਾਲ ਦਾ ਲੱਗਦਾ ਮੈਂ ਠੱਗੀ ਵੀ ਮਾਰ ਲੈਂਦਾ ਜੀ। ਜਿਹਨੂੰ ਪਤਾ ਹੈ ਗੁਰੂ ਜਾਣਦਾ ਮੇਰੇ ਬਾਰੇ ਕਹੇਗਾ ਹੀ ਉਹ ਇੱਥੇ ਆਣ ਕੇ, ਜਿਹੜਾ ਕਹਿੰਦਾ ਵੀ ਉਹ ਰੱਬ ਨੂੰ ਤੇ ਗੁਰੂ ਨੂੰ ਵੀ ਛੱਡਣ ਵਾਲੇ ਇੱਥੇ ਹੈਗੇ ਆ, ਕਹਿੰਦੇ ਉਹ ਕਿਹੜਾ ਵੇਖਦਾ ਹੈ, ਉਹ ਨਹੀਂ ਇਹ ਗੱਲ ਇੱਥੇ ਆਣ ਕੇ ਕਹੇਗਾ ਮੈਂ ਕਿਸੇ ਨਾਲ ਠੱਗੀ ਮਾਰੀ ਬੇਈਮਾਨੀ ਕੀਤੀ। ਉਹ ਤੇ ਜਿਹਨੂੰ ਪਤਾ ਉਹ ਕਹਿੰਦਾ ਕਾਮ ਕ੍ਰੋਧ ਮਦ ਲੋਭ ਮੋਹ ਇਹਦੇ ਮਾਇਆ ਦਾ ਨਸ਼ਾ ਵੀ ਹੈ। ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ, ਮੌਤ ਮੈਂ ਭੁੱਲੀ ਬੈਠਾ, ਮਾਇਆ ਦੇ ਨਸ਼ੇ 'ਚ ਮਸਤ ਹੈ, ਔਗਣਾਂ ਨਾਲ ਭਰਿਆ ਹੋਇਆ, ਮੋਹ ਹੰਕਾਰ ਕਰਨ ਦਾ ਜਿਹੜਾ ਤੂੰ ਧਨ ਦਿੱਤਾ ਨਾ ਉਹਦਾ ਹੰਕਾਰ ਵੀ ਜੇ ਮੇਰੇ ਅੰਦਰ, ਬੜੀ ਵੱਡੀ ਗੱਲ ਹੈ। ਪੈਸੇ ਤਾਂ ਤੁਸੀਂ ਦਿੱਤੇ ਰੱਬ ਜੀ, ਧਨ ਤੁਹਾਡਾ, ਹੰਕਾਰ ਮੈਂ ਕਰੀ ਬੈਠਾ। ਵਿਸ਼ਵਾਸ ਘਾਤੀ ਕਹਿੰਦੇ ਵਿਸ਼ਵਾਸ ਘਾਤੀ ਵੀ ਹੈ, ਬੜਿਆਂ ਨੂੰ ਠੱਗਿਆ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਮੇਰੇ ਤੇ। ਵਿਸ਼ਵਾਸ ਘਾਤੀ ਅਕਿਰਤ ਘਾਣ, ਤੇ ਮੈਂ ਕਿਰਤ ਘਾਣ ਵੀ ਜੇ, ਕਿਰਤ ਘਾਣ ਨੂੰ ਕਹਿੰਦੇ ਲੈ ਕੇ ਮੁੱਕਰ ਜਾਣਾ। ਬਾਪ ਨੇ ਬਹੁਤ ਕੁਝ ਦਿੱਤਾ ਜਿੰਨਾ ਕੁ ਕਰ ਸਕਿਆ, ਤੇ ਬਾਪ ਨੂੰ ਕਿਹਾ ਤੂੰ ਕੀਤਾ ਹੀ ਕੀ ਮੇਰੇ ਵਾਸਤੇ, ਪੁੱਤ ਦੀ ਅਕਿਰਤ ਕਰਦਾ ਹੈ ਬਾਪ ਵਾਸਤੇ। ਰੱਬ ਨੇ ਬਹੁਤ ਕੁਝ ਦਿੱਤਾ ਤੇ ਰੱਬ ਨੂੰ ਜਿੱਦਣ ਤਾਨਾ ਮਾਰ ਦਿੰਦਾ ਬੰਦਾ ਤੂੰ ਦਿੱਤਾ ਹੀ ਮੈਨੂੰ ਕੀ ਹੈ, ਵੱਡਾ ਅਕਿਰਤ ਘਾਣ ਹੈ ਬੰਦਾ। ਤੇ ਭਾਈ ਗੁਰਦਾਸ ਜੀ ਨੇ ਕਿਹਾ ਬਹੁਤ ਤੁਹਾਨੂੰ ਜੇ ਭਾ ਦੀ ਉਹਨਾਂ ਦਾ ਧਰਤੀ ਦੇ ਉੱਪਰ ਭਾਰੇ ਹੋਈ ਅਕਿਰਤ ਘਾਣ ਬੰਦੀ ਹੂੰ, ਮੰਦੀ ਭੈੜੇ ਤੋਂ ਭੈੜੇ ਕਿਰਤ ਘਣਾ ਦਾ ਧਰਤੀ ਕਹਿੰਦੀ ਭਾਰ ਹੈ ਮੇਰੇ ਦੇ। ਅਕਿਰਤ ਧਰਮੀ ਕਿੰਨੇ ਗੁਣ ਲੱਭਣ ਚੱਲੋਗੇ, ਕਿੰਨੇ ਕੁ ਮਿਲਣਗੇ। ਅਕਿਰਤ ਘਣ ਤੇ ਥਾਂ ਦਾ ਤੇ ਮੇਰੇ ਵਰਗੇ ਰੱਬ ਦੀਆਂ ਦਾਤਾਂ ਨੂੰ ਲੈ ਕੇ ਗੁਰੂ ਦੀਆਂ ਗੱਲਾਂ ਕਰਕੇ ਖਾਣ ਵਾਲੇ ਵੀ ਅਕਿਰਤ ਘਣਤਾ ਵਿਖਾਉਂਦੇ ਆ। ਇਹ ਗੱਲ ਕਹਿਣੀ ਪਏਗੀ ਤਾਂ ਗੁਰੂ ਬਖਸ਼ੇਗਾ। ਵਿਸ਼ਵਾਸ ਘਾਤੀ ਅਕਿਰਤ ਘਾਣ ਮੈਂ ਕੋ ਨਾ ਰਖੰਦਾ, ਮੈਨੂੰ ਕਿਸੇ ਨੇ ਜੀ ਰੱਖਣਾ, ਇਸ ਗੱਲ ਦਾ ਮੈਨੂੰ ਪਤਾ ਹੈ, ਬਖਸ਼ਣਾ ਵੀ ਤੂੰ ਹੀ ਹੈ। ਸਿਮਰ ਮਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ, ਮੈਂ ਤਾਂ ਹੀ ਤੇ ਤੈਨੂੰ ਇੱਥੇ ਆਣ ਕੇ ਸਿਮਰਦਾ, ਪਾਪ ਵੀ ਕਰਦਾ ਸਿਮਰਦਾ, ਆਸ ਇਹ ਹੈ ਤੂੰ ਬਖਸ਼ੇਗਾ ਇੱਕ ਦਿਨ। ਸਤਿਗੁਰ ਬਖਸ਼ੰਦਾ, ਸਤਿਗੁਰੂ ਬਖਸ਼ ਦਿੰਦੇ। ਜਿੱਦਣ ਅੱਗੇ ਤੂੰ ਮਨੁੱਖ ਤੌਬਾ ਕਰਦਾ ਹੈ, ਫਿਰ ਗੁਰੂ ਰਹਿਮਤ ਕਰਦਾ, ਜਦੋਂ ਗੁਰੂ ਬਖਸ਼ ਦਿੰਦੇ। ਜਿਹੜਾ ਕਹਿੰਦਾ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਦ, ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਨੇਗਾਰ। ਕਹਿੰਦਾ ਕਿ ਮੈਂ ਪਾਪੀ ਤੇ ਵੱਡਾ ਗੁਨਾਹਗਾਰ, ਮੈਨੂੰ ਬਖਸ਼ੋ ਜੀ। ਪਾਪ ਕਰਕੇ ਵੀ ਭਾਈ ਇੰਨੀ ਕੋਈ ਗੱਲ ਮਨੁੱਖ ਕਹਿ ਜਾਂਦਾ ਬਖਸ਼ ਲਿਓ ਜੀ, ਬਖਸ਼ ਲਿਓ ਜੀ। ਕਰਕੇ ਕੀ ਆਇਆ ਪਹਿਲਾਂ ਉਹਦੇ 10 ਗੁਰੂ ਸਾਹਿਬ ਕਰਦਾ ਕੀ ਹੈ, ਫਿਰ ਉਹ ਬਖਸ਼ੇਗਾ। ਔਗਣ ਸਮੁੰਦਰ 'ਚ ਪਾਣੀ ਨਾਲੋਂ ਵੀ ਜ਼ਿਆਦਾ ਹੈ। ਬਾਣੀ ਇਸ ਕਰਕੇ ਅਸੀਂ ਪੜ੍ਹਨੀ ਹੈ, ਨਾਮ ਇਸ ਕਰਕੇ ਜਪਣਾ ਹੈ ਵੀ ਸਾਡਾ ਅੰਦਰ ਸਾਫ ਹੋ, ਪਾਪਾਂ ਦੀ ਜਿਹੜੀ ਪਤਤ ਵਾਲੀ ਮੈਲ ਇਹਨੂੰ ਲੱਥੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਕਹਿ ਰਹੇ ਨੇ, ਬੜੇ ਪਿਆਰ ਨਾਲ ਸ਼ਲੋਕ ਨੂੰ ਸਮਝ ਗਏ ਜੀ। ਉਹ ਜਿਹੜਾ ਪਰਮਾਤਮਾ ਹੈ ਨਾ, ਉਹ ਪਤਤ ਉਦਾਹਰਨ ਹੈ, ਪਤਤਾ ਨੂੰ ਪਵਿੱਤਰ ਕਰਨ ਵਾਲਾ। ਪਤੇਤੇ ਨੂੰ ਕਹਿ ਲਓ, ਪਤਤ ਕਹਿ ਲਓ, ਵੈਸੇ ਪਤਤ ਸ਼ਬਦ ਅਸੀਂ ਪੜ੍ਹਦੇ ਹਾਂ, ਇਹ ਵਿਕਾਰਾਂ 'ਚ ਡਿੱਗਿਆ ਮਨੁੱਖ, ਅਧਰਮੀਆਂ ਬੰਦਾ, ਉਹਨੂੰ ਪਤਤ ਕਹਿੰਦੇ। ਉਦਾਹਰਨ ਪਾਪੀਆਂ ਦਾ ਉਧਾਰ ਕਰ ਦਿੰਦਾ। ਭੈ ਹਰਨ, ਭੈ ਹਰਨ ਤੇ ਡਰ ਸਾਰੇ ਦੂਰ ਕਰ ਦਿੰਦਾ। ਜਦੋਂ ਗੁਰੂ ਸਾਹਿਬ ਬਖਸ਼ ਦਿੰਦਾ ਨਾ, ਫਿਰ ਉਹ ਕਹਿੰਦਾ ਤੈਨੂੰ ਹੁਣ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਜਾਂ ਹਰ ਬਖਸ਼ੰਦਾ, ਲੇਖਾ ਕੋਈ ਨਾ ਪੁੱਛੇ, ਫਿਰ ਤੈਨੂੰ ਕੋਈ ਨਹੀਂ, ਫਿਰ ਹਰ ਵੀ ਬਖਸ਼ਦਾ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ ਦਿੱਤਾ ਨਾ, ਉਹਨੂੰ ਕਿਤੇ ਲੇਖਾ ਨਹੀਂ ਜੇ ਦੇਣਾ ਪੈਂਦਾ, ਉਹਨੂੰ ਰੱਬ ਵੀ ਬਖਸ਼ਦਾ। ਮਰਜ਼ ਕਹਿੰਦੇ ਪਤਤ ਪਵਿੱਤ ਭਏ ਰਾਮ ਕਹਿਤ ਹੀ, ਰਾਮ ਦਾ ਨਾਮ ਕਹਿੰਦੇ ਪਾਪੀ ਪਵਿੱਤਰ ਹੋ ਜਾਂਦੇ ਆ। ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ, ਬਹੁਤੇ ਜਿਹੜੇ ਸਾਡੇ ਪੁਰਾਤਨ ਮਹਾਂਪੁਰਖ ਹੋਏ, ਉਹ ਪਹਿਲਾ ਜੀਵਨ ਥੋੜ੍ਹੇ ਜਿਹੇ ਉਹਨਾਂ ਦੇ ਹੋਰ ਤਰ੍ਹਾਂ ਦੇ ਸਨ। ਜਦੋਂ ਉਹਨਾਂ ਬੰਦਗੀ ਕੀਤੀ, ਫਿਰ ਉਹ ਸੰਸਾਰ ਨੇ ਪੂਜਿਆ ਵੀ ਉਹਨਾਂ ਨੂੰ ਜੀ। ਕਈ ਡਾਕੂ ਜੇਲ੍ਹਾਂ 'ਚ ਚਲੇ ਗਏ, ਉਹਨਾਂ ਨੇ ਕੋਈ ਕ੍ਰਾਈਮ, ਉਹਨਾਂ ਨੂੰ ਸਜ਼ਾ ਹੋਈ, ਤੇ ਜੇਲ੍ਹਾਂ 'ਚ ਜਪਿਆ ਉਹਨਾਂ ਨੇ, ਬਾਣੀ ਪੜ੍ਹੀ, ਪੋਥੀਆਂ ਖਰੀਦੀਆਂ, ਗਏ। ਤੇ ਜਦੋਂ ਗਏ ਸਾਨੂੰ ਸਜ਼ਾ ਮਿਲੀ ਸੀ, ਡਾਕੂ ਸਨ, ਜਦੋਂ ਬਾਹਰ ਆਏ ਤੇ ਸਤ ਕਰਕੇ ਲੋਕਾਂ ਨੇ ਪੂਜਿਆ, ਉਹਨਾਂ ਦਾ ਜੀਵਨ ਬਦਲ ਦਿੱਤਾ ਬਾਣੀ। ਗੁਰਮੁਖੋ ਗੁਰਦੁਆਰੇ ਅਸੀਂ ਇਸ ਕਰਕੇ ਆਉਂਦੇ ਹਾਂ, ਗੁਰੂ ਸਾਹਿਬ ਜੀ ਸਾਡੇ ਵਿਚਾਰ ਬਦਲ ਦਿੰਦੇ ਆ। ਦਾਸ ਨੇ ਇੱਕ ਵਾਰੀ ਘਟਨਾ ਸਰਵਣ ਕਰਾਈ ਸੀ, ਫਿਰ ਚੇਤੇ ਕਰਾਉਣਾ ਵੀ ਉਹ ਘੁਮਿਆਰ
ਉਹ ਬਰਤਨ ਨਾਲ ਹੀ ਉਹ ਬੱਚੇ ਨੂੰ ਕਹਿੰਦਾ ਵੀ ਆਪਾਂ ਵੀ ਤੂੰ ਮੇਰੇ ਕੋਲ ਬੈਠਿਆ ਕਰ, ਬਰਤਨ ਬਣਾਉਣੇ ਸਿੱਖ ਲਾ। ਉਹ ਬੱਚਾ ਨਿੱਕਾ ਜਿਹਾ ਸੀ, ਉਹਨੇ ਤੌੜੀ ਬਣਾਉਣੀ ਸਿੱਖ ਲਈ ਤੇ ਬਾਪ ਚੜ੍ਹਾਈ ਕਰ ਗਿਆ। ਮਾਂ ਕਹਿੰਦੀ ਬੇਟਾ ਆਪਣਾ ਤੇ ਕੀਤਾ ਹੀ ਇਹ ਸੀ, ਕੁਝ ਸਿੱਖਿਆ ਹੈ? ਬੱਚਾ ਨਿੱਕਾ ਸੀ, ਕਹਿੰਦਾ ਬੇਬੇ ਤੌੜੀ ਬਣਾਉਣੀ ਆਉਂਦੀ ਹੈ। ਕਹਿੰਦੇ ਚਲੋ ਇਹੀ ਬਣਾ ਲਿਆ ਕਰ, ਗਾਹਕ ਆਉਂਦੇ ਸਾਨੂੰ। ਬਣਾਉਣ ਲੱਗ ਪਏ, ਇੱਕ ਦਿਨ ਮਿੱਟੀ ਵੱਧ ਗਈ, ਉਹਨੇ ਘੜਾ ਬਣਾ ਦਿੱਤਾ। ਮਿੱਟੀ ਵੱਧ ਗਈ, ਦੋ ਬੰਨੇ ਨਹੀਂ ਸੀ, ਇੱਕ ਤੇ ਉਹਨਾਂ ਘੜਾ ਪਕਾ ਕੇ ਰੱਖਦਾ, ਕਿਸੇ ਨੇ ਖਰੀਦਿਆ, ਅਗਲੇ ਚਰਸਤੇ 'ਚ ਜਾ ਕੇ ਰੱਖਦਾ ਪਾਣੀ ਦਾ ਭਰ ਕੇ ਵੀ ਰਾਹਗੀਰ ਆਏਗਾ ਤਾਂ ਪਾਣੀ ਦੀ ਸੇਵਾ ਪੁਰਾਤਨ ਬਜ਼ੁਰਗ ਜਿਹੜੇ ਸਮਝਦੇ ਹਨ। ਉਹ ਪੁਰਾਤਨ ਮਹਾਂਪੁਰਖਾਂ ਦੇ ਗੁਰੂ ਸਾਹਿਬਾਨਾਂ ਕੋਲ ਕੋਈ ਆਉਂਦਾ ਸੀ ਨਾ, ਮਹਾਰਾਜ ਸੇਵਾ ਦੇ ਮਹਾਰਾਜ ਕਹਿੰਦੇ ਸੀ ਚੁਰਸਤੇ ਉੱਤੇ ਖੂਹ ਲਵਾ ਦਿਓ, ਸਭ ਤੋਂ ਵੱਡੀ ਸੇਵਾ ਹੈ। ਫਿਰ ਨਲਕੇ ਲੱਗਣ ਲੱਗ ਪਏ। ਉਹ ਜਾਂ ਘੜਿਆਂ 'ਚ ਪਾਣੀ ਭਰ ਕੇ ਜਿਹੜਾ ਰੱਖਿਆ ਜਾਂਦਾ ਹੈ ਵੀ ਘੜਿਆਂ 'ਚ ਪਾਣੀ ਭਰ ਕੇ ਰੱਖ ਦਿਓ ਵੀ ਭਾਈ ਕੋਈ ਰਾਹਗੀਰ ਜਲ ਛਕੇਗਾ ਤੇ ਇਹਦਾ ਪੁੰਨ ਮਿਲੇਗਾ, ਕਿ ਉਹਨੂੰ ਪੁੰਨ ਸਮਝਿਆ ਜਾਂਦਾ ਹੈ। ਉਹ ਘੜਾ ਭਰ ਕੇ ਰੱਖਦਾ ਤੇ ਉਹੀ ਘੁਮਿਆਰ ਦਾ ਪੁੱਤਰ ਇੱਕ ਦਿਨ ਸਕੂਲ ਤੋਂ ਆਇਆ, ਪਾਣੀ ਪੀਣ ਵਾਸਤੇ ਆ ਗਿਆ। ਘੜਾ ਬੋਲਿਆ, ਭਾਈ ਵੀਰ ਸਿੰਘ ਜੀ ਕਹਿੰਦੇ। ਉਹ ਘੜਾ ਕਹਿੰਦਾ ਘੁਮਿਆਰ ਦੇ ਪੁੱਤਰ ਨੂੰ, ਕਹਿੰਦਾ ਅੱਗੇ ਤੇ ਮੈਨੂੰ ਤੂੰ ਕਾੜਨੀ ਤੇ ਤੌੜੀ ਦੇ ਰੂਪ 'ਚ ਬਣਾਉਣਾ ਸਾ, ਘੜਾ ਕਿਵੇਂ ਬਣਾ ਦਿੱਤਾ? ਤੇ ਅੱਗੋਂ ਹੱਸ ਪਿਆ, ਕਹਿਣ ਲੱਗਾ ਆਉਂਦਾ ਤੇ ਮੈਨੂੰ ਕਾੜਨੀ ਤੇ ਤੌੜੀ ਬਣਾਉਣੀ ਸੀ, ਪਰ ਵਿਚਾਰ ਮਿੱਟੀ ਵੱਧ ਗਈ, ਵਿਚਾਰ ਬਦਲਿਆ ਤੇ ਤੂੰ ਉਹਦੇ ਤੋਂ ਘੜਾ ਤਿਆਰ ਹੋ ਗਿਆ। ਤੇ ਅੱਗੋਂ ਘੜੇ ਨੇ ਜਵਾਬ ਦਿੱਤਾ, ਕਹਿਣ ਲੱਗਾ ਪੁੱਤਰ ਤੇਰਾ ਤੇ ਵਿਚਾਰ ਹੀ ਬਦਲਿਆ, ਮੇਰਾ ਤੇ ਤੂੰ ਸੰਸਾਰ ਹੀ ਬਦਲ ਕੇ ਰੱਖ ਦਿੱਤਾ ਵੀ ਜੇ ਤੌੜੀ ਕਾੜਨੀ ਹੁੰਦੀ ਤੇ ਅੱਗ ਤੇ ਚੜੀ ਹੋਣੀ ਸੀ। ਤੇ ਹੁਣ ਪਾਣੀ ਦਾ ਠੰਡੇ ਪਾਣੀ ਦਾ ਭਰ ਕੇ ਕਿਸੇ ਨੇ ਰੱਖੇ, ਆਪ ਵੀ ਤ੍ਰਿਪਤ ਤੇ ਠੰਡਾ ਅੰਦਰੋਂ, ਤੇ ਜਿਹੜੇ ਆਉਂਦੇ ਜਾਂਦੇ ਨੇ ਉਹਨਾਂ ਦੀ ਵੀ ਪਿਆਸ ਬੁਝਾ ਦਿੰਦਾ। ਅਸੀਂ ਤੌੜੀਆਂ ਦੀ ਤਰ੍ਹਾਂ ਕੱਢਦੇ ਹੋਏ ਹਾਂ, ਜੀਓ ਤਪਤ ਹੈ ਬਾਰੂ-ਬਾਰ, ਜਾਂ ਜੀੜਾ ਅਗੜ ਬਰਾਬਰ ਤਪੈ। ਜਦੋਂ ਉਹ ਬੰਦਾ ਕਲਪਿਆ ਹੋਇਆ ਗੁਰੂ ਸਾਹਿਬ ਕੋਲ ਆਉਣ ਲੱਗ ਪੈਂਦਾ ਨਾ, ਜਿੱਦਣ ਗੁਰੂ ਨੇ ਵਿਚਾਰ ਬਦਲ ਦਿੱਤੇ ਉਸੇ ਬੰਦੇ ਦੀ ਪੂਜਾ ਹੋਣ ਲੱਗ ਪੈਂਦੀ ਹੈ। ਆਏਗਾ ਤੇ ਵਿਚਾਰ ਤਾਂ ਹੀ ਬਦਲਣੇ ਗੁਰੂ ਸਾਹਿਬ ਨੇ। ਤੇ ਜਿੱਦਣ ਵਿਚਾਰ ਬਦਲਤੇ ਬੰਦੇ ਦਾ ਸੰਸਾਰ ਬਦਲਿਆ ਜਾਂਦਾ ਹੈ। ਜਿਹਨੂੰ ਵੇਖ ਕੇ ਲੋਕ ਰਸਤਾ ਛੱਡ ਜਾਂਦੇ ਸੀ, ਇਹਦੇ ਕੋਲ ਨਹੀਂ ਖੜਨਾ, ਫਿਰ ਤੇ ਬਾਹਰ ਨਿਕਲ ਕੇ ਘਰੋਂ ਦਰਵਾਜ਼ੇ 'ਚੋਂ ਲੱਗੋਗੇ, ਬਾਹਰ ਆਣ ਕੇ ਖੜਦੇ ਹੋ। ਆਪਣੇ ਜੀਵਨ 'ਚ ਵੇਖਿਓ ਬਦਲਾਅ ਬੜਾ ਆਉਂਦਾ ਹੈ। ਪਹਿਲਾਂ ਕਹਿੰਦੇ ਸਨ ਉਸ ਇਨਸਾਨ ਕੋਲ ਨਹੀਂ ਖੜਨਾ, ਹੁਣ ਕਹਿੰਦੇ ਉਹਦੇ ਕੋਲ ਜਾ ਕੇ ਬੈਠਿਆ ਕਰਦਾ। ਇਹ ਬੰਦੇ ਦਾ ਜੀਵਨ ਬਦਲਦਾ। ਮੈਂ ਆਪਣੇ ਜੀਵਨ 'ਚ ਹੀ ਵੇਖਿਆ। ਜਿਸ ਕਈ ਵਾਰੀ ਕਿਸੇ ਵੇਲੇ ਉਹ ਬੰਦਾ ਕਹਿੰਦੇ ਨਾ ਉਹਦਾ ਸੰਗ ਨਾ ਕਰਿਓ, ਜਿੱਦਣ ਉਹਨੇ ਵਿਚਾਰ ਬਦਲ ਦਿੱਤੇ, ਫਿਰ ਕਹਿੰਦੇ ਕਿਤੇ 2 ਮਿੰਟ ਉਹਦੇ ਕੋਲ ਬੈਠ ਕੇ ਕੋਈ ਅਕਲ ਲੈ ਲਿਆ ਕਰ, ਚਲਾ ਜਾ ਕਰ, ਜੇ ਵਿਹਲਾ ਉਹਦੇ ਕੋਲ ਬੈਠ ਜਾ ਕੇ 2 ਮਿੰਟ। ਵਿਚਾਰ ਬਦਲਦੇ ਸੰਸਾਰ ਬਦਲਦਾ, ਵਿਚਾਰ ਹੀ ਨੇ ਬਦਲ ਪਾਉਣੇ ਸੀ। ਤੇ ਜਿੱਦਣ ਗੁਰੂ ਬਖਸ਼ਿਸ਼ ਕਰੇਗਾ, ਸੋਚ ਬਦਲ ਦਿੰਦੇ ਗੁਰੂ, ਸੋਚ ਬਦਲ ਗਈ ਤੇ ਫਿਰ ਤੇ ਧਰਮੀ ਹੋਏਗਾ ਬੰਦਾ। ਉਹ ਪਤਤ ਪਵਿੱਤ ਹੋ ਜਾਂਦਾ। ਪਤਤਾ ਨੂੰ ਉਦਾਹਰਨ ਦੀ ਤਾਕਤ ਹੈ ਗੁਰੂ ਸਾਹਿਬ ਕੋਲ। ਇੱਕ ਛਿੰਡ 'ਚੋਂ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਬਿਧੀ ਚੰਦ ਨੂੰ, ਉਹ ਬਿਧੀ ਚੰਦ ਦੀ ਸੀਨਾ ਗੁਰੂ ਦਾ ਸੀਨਾ ਬਣਾ ਸਕਦਾ ਹੈ। ਇੱਕ ਚੋਰ ਤੋਂ ਸੰਤ ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ, ਉਹਦੀ ਬਖਸ਼ਿਸ਼ ਵਰਤੇਗੀ, ਇੱਕ ਸਕਿੰਟ 'ਚ ਉਹ ਜੀਵਨ ਬਦਲ ਦਿੰਦਾ। ਉਹ ਸੱਜਣ ਠਾਕੁਰ ਨੂੰ ਜਿਹੜਾ ਧਰਮ ਦੇ ਨਾਂ ਤੇ ਲੋਕਾਂ ਦੇ ਕਤਲ ਕਰਕੇ ਉਹਨਾਂ ਨੂੰ ਲੁੱਟ ਲੈਂਦਾ ਸੀ, ਜਿੱਦਣ ਬਾਬਾ ਨਾਨਕ ਸਿਰ ਤੇ ਹੱਥ ਰੱਖ ਦਿੰਦੇ ਨੇ, ਇੱਕ ਹੀ ਸ਼ਬਦ ਹੀ ਸੁਣਾਉਂਦਾ, ਉਹ ਜਿਹੜਾ ਡਾਕੂ ਠੱਗ ਸੀ ਉਹ ਸੱਜਣ ਬਣ ਜਾਂਦਾ। ਅੱਜ ਵੀ ਭਾਵੇਂ ਅਸੀਂ ਉਹਨੂੰ ਸੱਜਣ ਠੱਗ ਕਹਿੰਦੇ, ਅੱਜ ਉਹ ਠੱਗ ਨਹੀਂ ਰਿਹਾ। ਬਾਬੇ ਨਾਨਕ ਨੇ ਬਖਸ਼ ਦਿੱਤਾ ਸੀ, ਉਹ ਵੱਖਰੀ ਗੱਲ, ਅਸੀਂ ਪਤਾ ਨਹੀਂ ਅਜੇ ਤੱਕ ਬਖਸ਼ਿਆ ਹੈ ਕਿ ਨਹੀਂ। ਅਸੀਂ ਨਹੀਂ ਬਖਸ਼ਦੇ ਬੰਦੇ ਨੂੰ ਪੈਸੇ। ਤੁਸੀਂ ਇਹਦੇ ਕਿਤੇ ਜਾਮਨੀ ਸਾਹਿਬ ਕਿਤੇ ਗੁਰਦੁਆਰੇ ਜਾ ਕੇ ਮਿਲ ਜੇ ਨਾ, 20 ਸਾਲ ਪੁਰਾਣਾ ਬੰਦਾ ਤੇ ਉਹਨੇ ਛਕਿਆ ਹੋਵੇ ਅੰਮ੍ਰਿਤ, ਤੁਸੀਂ ਇਹ ਨਹੀਂ ਉਹਨੂੰ ਕਹਿਣਾ ਵੀ 20 ਸਾਲ ਹੋ ਗਏ ਅੰਮ੍ਰਿਤ ਛਕਿਆ, ਬੜੀ ਕਿਰਪਾ ਹੈ ਵੀ ਤੇਰੇ ਵਰਗਾ ਮੈਂ ਵੀ ਕਿਤੇ ਬਣਦਾ। ਤੁਸੀਂ ਕਹਿਣਾ 20 ਸਾਲ ਪਹਿਲਾਂ ਤੇ ਆਪਾਂ ਇਕੱਠੇ ਹੀ ਸ਼ਰਾਬ ਪਿਆਲਾ ਸਾਂਝਾ ਕਰ। ਤੁਸੀਂ 20 ਸਾਲ ਪੁਰਾਣੀ ਗੱਲ ਕਰਨੀ, ਅੱਜ ਦੀ ਗੱਲ ਨਹੀਂ ਕਰੋਗੇ। ਅੱਜ ਦੀ ਗੱਲ ਉਹ ਮਹਾਰਾਜ ਨੇ ਬਖਸ਼ ਦਿੱਤਾ ਸੀ। ਅਸੀਂ ਅੱਜ ਵੀ ਸੱਜਣ ਨੂੰ ਨਹੀਂ ਜੇ ਬਖਸ਼ਿਆ ਸੀ, ਅੱਜ ਵੀ ਠੱਗ ਕਹਿੰਦੇ ਉਹ ਠੱਗ ਨਹੀਂ ਸੀ, ਠੱਗ ਸੀ, ਠੱਗ ਰਿਹਾ ਨਹੀਂ ਹੈ। ਬਾਬੇ ਨਾਨਕ ਨੇ ਸਿਰ ਤੇ ਜਿੱਦਣ ਹੱਥ ਰੱਖ ਦਿੱਤਾ ਸੀ, ਕੌਡਾ ਰਾਗ 'ਚ ਸੀ, ਉਹ ਰਾਗਿਸ਼ ਰਿਹਾ ਨਹੀਂ ਜਿੱਦਣ ਗੁਰੂ ਨਾਨਕ ਸਾਹਿਬ ਦੇ ਨਾਲ ਭੇਟ ਹੋ ਗਿਆ। ਅਸੀਂ ਤੇ ਕੌਡੇ ਰਾਗਿਸ਼ ਵਰਗੇ ਹੈ ਵੀ ਨਹੀਂ ਹੈ। ਜੋ ਬਖਸ਼ਿਆ ਜਾ ਸਕਦਾ ਸੀ, ਕਿਉਂ ਨਹੀਂ ਬਖਸ਼ੇ ਜਾ ਸਕਦੇ? ਅਸੀਂ ਤੇ ਉਹ ਠੱਗ ਦੀ ਤਰ੍ਹਾਂ ਲੋਕਾਂ ਨੂੰ ਧਰਮ ਦੇ ਨਾਂ ਤੇ ਉਹਨਾਂ ਦੇ ਗਲੇ ਕੱਟ ਕੇ ਖੂਹ 'ਚ ਤਾਂ ਨਹੀਂ ਸੁੱਟਦੇ ਆ ਵੀ ਉਹ ਬਖਸ਼ੇ ਜਾ ਸਕਦੇ, ਫਿਰ ਅਸੀਂ ਕਿਉਂ ਨਹੀਂ ਬਖਸ਼ੇ ਗਏ ਵੀ? ਜਾਂ ਅਸੀਂ ਕਿਉਂ ਨਹੀਂ ਬਖਸ਼ੇ ਜਾ ਸਕਦੇ? ਬਖਸ਼ੇ ਜਾ ਸਕਦੇ ਆ। ਅਸੀਂ ਤੌਬਾ ਨਹੀਂ ਨਾ ਕਰਦੇ। ਤੌਬਾ ਮਹਾਰਾਜ ਗਏ ਸੀ ਨਾ ਪਹਿਲੀ ਫੇਰੀ ਤੇ ਉਦਾਸੀ ਤੇ, ਮਲਕ ਭਾਗੋ ਅੰਕਾਦੀ ਸੀ, ਮਹਾਰਾਜ ਦੇ ਘਰੇ ਚਲੇ ਗਏ। ਜਦੋਂ ਉਹਨਾਂ ਨੇ ਵਿਖਾਇਆ ਦੁੱਧ ਤੇ ਖੂਨ ਵਾਲੀ ਗੱਲ, ਤੇ ਉਹ ਮਹਾਰਾਜ ਫਿਰ ਉਹ ਵੀ ਬਖਸ਼ਿਆ ਗਿਆ ਜੀ। ਉਹ ਬਾਅਦ 'ਚੋਂ ਚੰਗੇ ਜੀਵਨ ਵਾਲਾ ਬਣਿਆ।
ਮਹਾਰਾਜ ਕਹਿੰਦੇ ਛੱਡ ਦੇ ਬੇਈਮਾਨੀ ਕਰਨੀ। ਅਸੀਂ ਇਹ ਨਹੀਂ ਨਾ ਕਹਿੰਦੇ ਜੀ ਛੱਡ ਦਿਆਂਗੇ, ਜਿੱਦਣ ਅਸੀਂ ਇਹ ਕਹਿੰਦੇ ਕਿ ਛੱਡ ਦਿੱਤਾ ਜੀ ਜੋ ਤੁਸੀਂ ਫਿਰ ਬਖਸ਼ੇ ਦਾਂਗੇ, ਅਸੀਂ ਛੱਡਣਾ ਹੀ ਕੋਈ ਨਹੀਂ, ਭਾਵੇਂ ਮੇਰੇ ਖਿਆਲ ਸਾਰੀ ਜ਼ਿੰਦਗੀ ਹਾਜ਼ਰੀ ਭਰਦੇ ਰਹੀਏ। ਜਿੱਦਣ ਕਹਾਂਗੇ ਨਾ ਜੀ ਅੱਗੇ ਤੋਂ ਤੁਹਾਡੀ ਮੱਤ ਪਿਛਲੀ ਮੱਤ ਦਾ ਤਿਆਗ ਬਖਸ਼ੇ, ਅਸੀਂ ਉਧਰ ਜਾਣਾ। ਨਹੀਂ ਤੇ ਜਿਵੇਂ ਮਰਜ਼ੀ ਆਉਂਦੇ ਰਹੇ, ਮੇਰੇ ਵਰਗਾ ਕਥਾ ਵੀ ਕਰ ਲੈ ਗੁਰੂ ਗ੍ਰੰਥ ਸਾਹਿਬ ਦੀ, ਬਖਸ਼ਿਆ ਫਿਰ ਨਹੀਂ ਜਾਣਾ। ਜਿੰਨਾ ਚਿਰ ਤੌਬਾ ਨਹੀਂ ਕਰਦੇ, ਤੌਬਾ ਤੇ ਕਰਨੀ ਪਏਗੀ, ਇਹ ਗੱਲ ਤੇ ਕਹਿਣੀ ਪਏਗੀ ਜੀ ਬਖਸ਼ ਦਿਓ, ਅੱਗੇ ਤੋਂ ਨਹੀਂ ਐਸਾ ਕਰਾਂਗਾ। ਤੇ ਜੇ ਅੱਗੇ ਤੋਂ ਕੋਈ ਕਰਦਾ ਫਿਰ ਸਜ਼ਾ ਡਬਲ ਹੋ ਜਾਂਦੀ ਹੈ। ਉਹ ਜਦੋਂ ਉਹ ਜੱਜ ਸਜ਼ਾ ਦਿੰਦਾ, ਉਹ ਕਹਿੰਦਾ ਪਿੱਛੇ ਕੋਈ ਇਹਦੇ ਕ੍ਰਾਈਮ ਕੇਸ ਪਿਛਲੇ ਬੋਲੋ, ਕਹਿੰਦੇ ਜੀ ਪਹਿਲਾਂ ਹੀ ਇਹ ਕਹਿੰਦਾ ਚਲੋ ਮਾਫ ਕਰੋ ਇਹਨੂੰ। ਜਦੋਂ ਪਿਛਲੇ 5-4 ਨਿਕਲ ਆਉਂਦੇ ਨਾ, ਫਿਰ ਉਹ ਤਗੜੀ ਡਬਲ ਸਜ਼ਾ ਕਰਕੇ ਦਿੰਦਾ, ਕਹਿੰਦੇ ਇਹਨੂੰ ਬਾਹਰ ਨਹੀਂ ਨਿਕਲ ਦੇਣਾ, ਇਹਨੂੰ ਦਿਓ ਹੋਰ ਸਜ਼ਾ। ਮਹਾਰਾਜ ਕਹਿੰਦੇ ਉਹ ਪਤਤਾ ਨੂੰ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਪਤ ਤੋਂ ਉਦਾਹਰਨ ਭੈ ਹਰਨ, ਬਖਸ਼ ਕੇ ਫਿਰ ਸਾਰੇ ਡਰ ਦੂਰ ਕਰ ਦਿੰਦਾ ਹੈ। ਉਹ ਜਿਹੜਾ ਹਾਲ ਹੈ ਨਾ, ਅਨਾਥ ਦਾ ਨਾਥ ਹੈ, ਨਿਖਸਮਿਆਂ ਦਾ ਖਸਮ ਜੀ ਦਾ ਕੋਈ ਨਹੀਂ, ਉਹਦਾ ਰੱਬ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਦੇ ਅਰਥ ਇਹ ਕੀਤੇ, ਹਬ ਸਰ ਦੀਨ ਦਇਆਲ ਨਾ ਤੁਮ ਸਰ, ਤੋਸੋ ਨਾ ਨਾਥ, ਅਨਾਥ ਨਾ ਮੋਹ ਸਰ, ਤੋਸੋ ਨਾ ਦਾਨੀ ਨਾ ਮੋਹ ਸੋ ਬੁਖਾਰੀ। ਮੇਰੇ ਵਰਗਾ ਦੀਨ ਕੋਈ ਨਹੀਂ, ਅਨਾਥ ਕੋਈ ਨਹੀਂ, ਬੇਸਹਾਰੇ ਹੀ ਆ, ਧਰਮ ਤੇ ਸਾਡੇ ਅੰਦਰ ਹੈ ਨਹੀਂ ਆ। ਦੁਨਿਆਵੀ ਤੇ ਮਾਂ ਪਿਓ ਸਾਡੇ ਆਏ ਹੈ, ਕਿਸੇ ਦੇ ਹੋਣਗੇ। ਗੁਰੂ ਵੱਲੋਂ ਅਸੀਂ ਅਨਾਥ ਹੀ ਹੈ, ਮਾਫ ਕਰਨਾ ਜੀ। ਰੱਬ ਵੱਲੋਂ ਸਤਿਗੁਰ ਕੇ ਜਨਮੈ ਗਵਨ ਮਿਟਾਇਆ, ਜਨਮ ਨਹੀਂ ਨਾ ਹੋਇਆ ਇਸ ਕਰਕੇ ਅਜੇ ਧਰਮ ਦੀ ਦੁਨੀਆ 'ਚ ਅਨਾਥ ਹੈ। ਜਿੱਦਣ ਜਨਮ ਹੋ ਗਿਆ ਫਿਰ ਗੁਰੂ ਵਾਲੇ ਬਣ। ਗੁਰੂ ਅਮਰਦਾਸ ਜੀ ਨੂੰ ਉਹ ਜਦਾਈ ਨੇ ਕਿਹਾ, ਕਹਿੰਦੇ ਜੀ ਅਮਰੂ ਨਥਾਵਾ ਫਿਰਦਾ ਹੈ, ਤੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਕਮਲੀਏ ਹੁਣ ਮੈਂ ਨਥਾਵਾ ਨਹੀਂ, ਹੁਣ ਤੇ ਗੁਰੂ ਬਣ ਹੈ। ਇਹ ਬਚਨ ਕਹੇ ਤੇ ਉਹ ਜਿਹੜੀ ਜਲਾਈ ਸੀ ਉਹ ਪਾਗਲ ਹੋ ਗਈ, ਝੱਲੀ ਹੋ ਗਈ। ਕਹਿੰਦੇ ਅੱਗੇ ਨਥਾਵਾ ਹੀ ਸਾਂ 20-21 ਸਾਲ, ਹੁਣ ਤੇ ਅੱਗੇ ਅਨਾਥ ਹੀ ਸਾਂ, ਹੁਣ ਤੇ ਗੁਰੂ ਬਣ ਹੈ। ਫਿਰ ਉਸੇ ਸਮੇਂ ਗੁਰਤਾਗਤੀ ਮਿਲਦੀ ਹੈ। ਅਸੀਂ ਅਨਾਥ ਹੈ ਧਰਮ ਦੀ ਦੁਨੀਆ 'ਚ, ਗੁਰੂ ਵਰਗਾ ਕੋਈ ਆਸਰਾ ਨਹੀਂ। ਮਹਾਰਾਜ ਕਹਿੰਦੇ ਨਾਨਕ ਤੇਹ ਜਾਨੀ, ਉਹਨੂੰ ਜਾਣਨਾ ਕਾਦ। ਵਾਹਿਗੁਰੂ ਜੀ ਸਦਾ ਬਸਤ ਤੁਮ, ਤੁਸੀਂ ਸਦਾ ਹੀ ਨਾਲ ਵਸਦੇ ਹੋ। ਰੱਬ ਤੇ ਗੁਰੂ ਸਾਡੇ ਤੋਂ ਦੂਰ ਨੇ ਗੁਰਮੁਖੋ। ਉਹ ਗੁਰੂ ਹੀ ਨਹੀਂ ਹੈ ਜਿਹੜਾ ਹਰੇਕ ਥਾਂ ਤੇ ਨਹੀਂ, ਉਹ ਰੱਬ ਵੀ ਨਹੀਂ ਜਿਹੜਾ ਹਰੇਕ ਥਾਂ ਤੇ ਨਹੀਂ। ਉਹ ਤੇ ਦੁਕਾਲਕ ਪਰਨਾਸੀ ਦਿਆਲਕ ਸਰੂਪੇ ਸਦਾ ਆਪ ਸੰਗੇ ਅਭਗਤ ਤੇ ਉਹ ਸਦਾ ਹੀ ਸਾਡੇ ਸਾਥ ਹੈ ਜੀ, ਸਦਾ ਅੰਗ ਸੰਗ ਰਹਿੰਦੇ। ਉਹ ਕਿਤੇ ਦੂਰ ਨਹੀਂ, ਉਹ ਪਾਪੀਆਂ ਨੂੰ ਪਵਿੱਤਰ ਕਰਨ ਦੀ ਤਾਕਤ ਰੱਖਦਾ ਹੈ। ਉਹ ਨਾਸਤਕ ਤੋਂ ਆਸਤਕ ਬਣਾਉਣ ਦੀ, ਉਹ ਨਾਸਤਕ ਤੋਂ ਸੰਤ ਬਣਾਉਣ ਦੀ ਤਾਕਤ ਰੱਖਦਾ ਹੈ। ਗੁਣ ਕਰ ਬਖਸ਼ੇ ਅਵਗਣ ਆਰੇ, ਉਹ ਔਗਣਿਆਰੇ ਨੂੰ ਗੁਣ ਦੇ ਕੇ ਬਖਸ਼ਦਾ, ਸਜ਼ਾ ਨਹੀਂ ਦਿੰਦਾ। ਰੱਬ ਤੇ ਗੁਰੂ ਸਜ਼ਾ ਦੇ ਕੇ ਨਹੀਂ ਬਖਸ਼ਦਾ, ਉਹ ਗੁਣ ਦੇ ਕੇ ਬਖਸ਼ਦਾ। ਇਹਦੀਆਂ ਕਮੇਟੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ